ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮੁਲਾਕਾਤ ਕਰਦੇ ਆ ਪੱਟੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਤੁਹਾਡਾ? ਠੀਕ ਹੋ? ਬੜੀ ਕਿਰਪਾ ਜੀ। ਦਿੱਲੀ ਵਿੱਚ ਵੀਕਐਂਡ ਆ ਗਿਆ। ਐਕਚੁਅਲੀ ਗੱਲ ਕਰਨੀ ਸੀ ਮੈਂ ਕੱਲ ਵੀ। ਦਿੱਲੀ ਵਿੱਚ ਸ੍ਰੀ ਦਰਬਾਰ ਸਾਹਿਬ ਹਾਂਜੀ ਦੇ ਮਾਡਲ ਨੂੰ ਲੈ ਕੇ ਪ੍ਰਸ਼ਾਸਨ ਤੇ ਦਿੱਲੀ ਕਮੇਟੀ ਆਮੋ ਸਾਹਮਣੇ। ਜੀ ਜੀ ਇਹ ਹੁਣ ਨਾ ਗੋਂਗਲੂਆਂ ਤੋਂ ਮਿੱਟੀ ਝਾੜਨੀ ਹੈ ਇਹਨਾਂ ਨੇ। ਦਿੱਲੀ ਵਿੱਚ ਬੈਠੇ ਸਰਨਾ ਬ੍ਰਦਰ ਸੁਣਦੇ ਨੇ ਪ੍ਰੋਗਰਾਮ ਨੂੰ ਤੇ ਦਿੱਲੀ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ, ਹੁਣ ਮੈਂ ਕੀ ਕਹਾਂ ਇਹਨਾਂ ਨੂੰ। ਤੁਸੀਂ ਇੱਕ ਲਫ਼ਜ਼ ਵਰਤਿਆ ਸੀਗਾ ਜਿਹੜੇ 7 ਬੁੱਧੀਜੀਵੀ ਸ਼ਾਮਲ ਹੋਏ ਸੀ, ਉਹ ਲਫ਼ਜ਼ ਮੈਂ ਮੂੰਹ ਚੋਂ ਨਹੀਂ ਕੱਢਣਾ ਚਾਹੁੰਦਾ ਕਿਉਂਕਿ ਧੀਆਂ ਭੈਣਾਂ ਸੁਣਦੀਆਂ ਨੇ। ਉਹ ਲੀਡਰ ਜੀ 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 ਹੁਣ ਇਹਨਾਂ ਨੇ ਸਪਸ਼ਟੀਕਰਨ ਤੁਸੀਂ ਦੇਖਿਓ ਜੱਗੋਂ 13ਵੇਂ ਦੇਣੇ ਆ। ਗੁਰੂ ਘਰ ਦਾ ਖਾ ਕੇ ਨਾ ਇਹਨਾਂ ਨੇ ਤੇ ਗੁਰੂ ਘਰ ਦੇ ਵੇਖਿਓ ਹੁਣ ਕਿਵੇਂ ਇਹਨਾਂ ਨੇ ਨਾ ਉਹ ਕਿਸ ਤਰੀਕੇ ਦੇ ਨਾਲ ਵੇਖਿਓ। ਇਹ ਨਾ ਉਹ ਇੱਕ ਨਾ ਜਿਹੜੀ ਹੁੰਦੀ ਨਾ ਮਤਲਬ ਫੱਫੇ ਕੁੱਟਣੀ। ਜੀ 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 ਵੇਖਿਓ ਹੁਣ ਕਿੱਦਾਂ ਫੱਫੇ ਕੁੱਟਣੀਆਂ ਕਰਦੇ, ਬੜਾ ਕੰਮ ਕਰਦੇ ਜੀ। ਹੁਣ ਇਹਨਾਂ ਨੇ ਬਹਾਨੇ ਵੇਖੋ, ਸਪਸ਼ਟੀਕਰਨ ਵੇਖੋ ਕਿਵੇਂ ਦਿੰਦੇ ਆ। ਮਾਡਲ ਤਿਆਰ ਹੋ ਗਿਆ ਜਿਹੜਾ ਕਿ ਹੋ ਹੀ ਨਹੀਂ ਸਕਦਾ ਇਹਨਾਂ ਦੀ ਅੱਖਾਂ ਦੇ ਸਾਹਮਣੇ। ਕਿਉਂ ਕੀਤਾ ਗਿਆ, ਕਿਵੇਂ ਕੀਤਾ ਗਿਆ, ਕਿਉਂ ਢਾਇਆ ਗਿਆ। ਹੁਣ ਦਿੱਲੀ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਲੈ ਕੇ ਪ੍ਰਸ਼ਾਸਨ ਤੇ ਦਿੱਲੀ ਕਮੇਟੀ ਜਿਹੜੀ ਸਾਹਮਣੇ ਹੈ, ਤੁਹਾਡਾ ਇੱਥੇ ਕੀ ਖੋਜਬੀਨ ਕੀ ਹੈ ਤੁਹਾਡੀ, ਤੇ ਕੀ ਕਹਿਣਾ ਚਾਹੋਗੇ? ਦਿੱਲੀ ਦੇ ਪੰਜਾਬੀ ਬਾਰ ਪਾਰਕ ਦੇ ਵਿੱਚ 9 ਜਨਵਰੀ 2020 ਨੂੰ ਇੱਕ ਉਦਘਾਟਨ ਕੀਤਾ ਗਿਆ, ਸ਼ੁਰੂ ਕੀਤਾ ਗਿਆ ਸੀ ਭਾਰਤ ਵੰਦਨਾ ਪਾਰਕ। ਉਹਦੇ ਵਿੱਚ ਕਿਹਾ ਸਾਡੀ ਜਿਹੜੀ ਹੈਰੀਟੇਜ ਆ ਜਿਹਦੇ ਦਰਬਾਰ ਸਾਹਿਬ ਆਉਂਦਾ ਜਾਂ ਕੋਈ ਵੱਡੇ ਵੱਡੇ ਮੰਦਿਰ ਆਉਂਦੇ ਆ, ਤਾਜ ਮਹਿਲ ਆਉਂਦਾ, ਜਿਹੜਾ ਇਹਨਾਂ ਦੀ ਕਬਾੜ ਦੇ ਜਿਹੜੇ ਇਹ ਬਣਾ ਕੇ ਮਾਡਲ ਬਣਾ ਕੇ ਚਲਾਏ ਜਾਣ। ਮਤਲਬ ਜਿਹੜੇ ਲੋਕ ਉੱਥੇ ਜਾ ਕੇ ਨਹੀਂ ਦੇਖ ਸਕੇ ਤੇ ਇੱਥੇ ਵੇਖ ਸਕਣ ਕਿ ਇਹ ਕਿਹੜੀ ਕਿਹੜੀ ਚੀਜ਼ ਹੈ, ਕਿੱਥੋਂ ਦੀ ਹੈ, ਕੀ ਉਹਦੀ ਹਿਸਟਰੀ ਗੱਲ। ਤੇ ਜਦੋਂ ਇਹ ਸ਼ੁਰੂ ਕੀਤਾ ਗਿਆ ਸੀ ਉਦੋਂ ਕੀਤਾ ਗਿਆ ਸੀ ਜਗਜੀਤ ਸਿੰਘ ਪੁਰੀ ਨੇ ਤੇ ਜਿਹੜੇ ਲੈਫਟੀਨੈਂਟ ਗਵਰਨਰ ਦਿੱਲੀ ਦੇ ਹੈਗੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ 9 ਜਨਵਰੀ। ਉਦੋਂ ਸੱਥਾ ਸਾਹਿਬ ਨਾਲ ਸੀ, ਜਕਾਰੇ ਬੁਲਾ ਕੇ ਤੇ ਤਾੜੀਆਂ ਵਜਾ ਕੇ ਸਵਾਗਤ ਕੀਤਾ ਸੀ, ਬਹੁਤ ਚੰਗਾ। ਹੁਣ ਜੇ ਉੱਥੇ ਮਾਡਲ ਬਣ ਲੱਗਾ, ਤੁਸੀਂ ਬਣ ਲੱਗਾ ਸੀ ਪਹਿਲਾਂ ਵਿਰੋਧ ਕਰਦੇ ਬਣ ਗਿਆ, ਫਿਰ ਤੁਸੀਂ ਤੋੜਿਆ। ਹੁਣ ਚਾਵਲਾ ਸਾਹਿਬ ਸਵਾਲ ਲੈਂਦੇ ਸਵਾਲ ਸਿਰਫ ਮਰਿਆਦਾ ਵਾ ਮਾਡਲ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਵੀ ਲੱਗਾ ਤੇ ਮਾਡਲ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੇ ਵੀ ਲੱਗਾ। ਜੇ ਮਾਡਲ ਬਣਦਾ ਉਹਨੂੰ ਕਹਿੰਦੇ ਭਾਈ ਜੀ ਇਹਨੂੰ ਉੱਚੀ ਜਗ੍ਹਾ ਤੇ ਬਣਾਓ, ਇਹਦੇ ਕਿਹੜੇ ਕਿਹੜੇ ਸ਼ੀਸ਼ੇ ਲਾਓ, ਇਹਦੀ ਮਰਿਆਦਾ ਏਦਾਂ ਦੀ ਹੈ ਕਿ ਇਹਦਾ ਸਤਿਕਾਰ ਬਣਾ ਰੱਖਣਾ ਬਹੁਤ ਜ਼ਰੂਰੀ ਹੈ। ਇਹ ਤੁਸੀਂ ਮਾਡਲ ਬਣਾ ਕੇ ਦੇ ਦਿਓ। ਅੱਜ ਮਾਡਲ ਜਿਹੜਾ ਦਰਬਾਰ ਸਾਹਿਬ ਦਾ ਕਿਹੜੀ ਦੁਕਾਨ ਤੇ ਨਹੀਂ ਵਿਚਦਾ, ਲੋਕ ਮੁੱਲ ਖਿੱਚ ਕੇ ਵੀ ਖੜਦੇ ਆ। ਤੇ ਜਦੋਂ ਕੋਈ ਆਉਂਦਾ ਤੇ ਸ਼੍ਰੋਮਣੀ ਕਮੇਟੀ ਆਪ ਵੀ ਉਹਨੂੰ ਭੇਟ ਕਰਦੀ ਮਾਡਲ। ਜੇ ਉਹ ਪਾਰਕ ਦੇ ਵਿੱਚ ਮਾਡਲ ਬਣਿਆ ਤੇ ਇਹਦੇ ਬਾਰੇ ਪਹਿਲਾਂ ਵਿਚਾਰ ਚਰਚਾ ਕਰਨੀ ਚਾਹੀਦੀ ਸੀ। RP ਸਿੰਘ ਜਿਹੜਾ ਉਹ ਵੀ ਆਪਣੇ ਨੂੰ ਬੜਾ ਵੱਡਾ ਸਿੱਖ ਕਹਿੰਦਾ ਤੇ ਜਗਜੀਤ ਸਿੰਘ ਪੁਰੀ ਵੀ ਆਪਣੇ ਨੂੰ ਬੜਾ ਵੱਡਾ ਸਿੱਖ ਕਹਿੰਦਾ। ਕਿਉਂ ਨਹੀਂ ਪਹਿਲਾਂ ਬੁੱਧੀਜੀਵੀ ਵਰਗ ਦੀ ਜਾਂ ਅਕਾਲ ਤਖ਼ਤ ਦੀ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕੀਤੀ ਕਿ ਅਸੀਂ ਆਹ ਕੰਮ ਕਰਦੇ, ਆਪਣੀ ਮਰਜ਼ੀ ਕਿਉਂ ਕੀਤੀ? ਜੇ ਹੁਣ ਤੋੜਿਆ ਗਿਆ ਵਾ ਤੇ ਬਣ ਸਮਝੋ ਬਣ ਰਿਹਾ ਸੀ, ਉਦੋਂ ਕੋਈ ਕੁਛ ਨੂੰ ਰੋਕਿਆ ਵੀ ਇਹ ਨਹੀਂ ਬਣਨਾ ਚਾਹੀਦਾ। ਜੀ ਪੂਰੀ ਤੁਹਾਡੇ ਕੋਲ ਡਰਾਇੰਗ, ਪੂਰੀ ਤੁਹਾਡੇ ਕੋਲ ਬਾਇਓਡਾਟਾ ਸਭ ਕੁਝ ਪਹਿਲਾਂ ਆ ਗਿਆ ਸੀ ਵੀ ਉੱਥੇ ਕੀ ਕੁਛ ਬਣ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਸਪਸ਼ਟੀਕਰਨ ਕਰਨ ਵਾਲੇ ਬੜੇ ਇਹ ਜਲੇਬੀਆਂ ਨੂੰ ਸਿੱਧੇ ਹੋ ਕੇ ਦੇਣਗੇ। ਮੇਰਾ ਸਵਾਲ ਤੇ ਇੱਕੋ ਹੀ ਹੈ ਕਿ ਜੇ ਉੱਥੇ ਮਾਡਲ ਬਣਾਇਆ ਜਾ ਰਿਹਾ ਸੀ ਉਹਨੂੰ ਕਹਿੰਦੇ ਸਤਿਕਾਰ ਨਾਲ ਉੱਚੀ ਜਗ੍ਹਾ ਤੇ ਬਣਾਓ, ਇੱਥੇ ਘੱਟਾ ਮਿੱਟੀ ਨੇ ਪਾਏ, ਉਹਨੂੰ ਸ਼ੀਸ਼ੇ ਨਾਲ ਢੱਕਿਆ ਜਾਵੇ, ਬਕਾਇਦਾ ਤਰਤ ਦੀ ਹਿਸਟਰੀ ਲਿਖੀ ਜਾਵੇ ਦਰਬਾਰ ਸਾਹਿਬ ਹੈ ਕਿ ਇਹਦਾ ਇਤਿਹਾਸਕ ਪਿਛੋਕੜ ਕੀ।
ਸਭ ਕੁਝ ਲਿਖਿਆ ਜਾਂਦਾ। ਉਹ ਕੰਮ ਨਹੀਂ ਕੀਤਾ। ਲਾਲਾ ਲਾਲਾ ਕਦੀ ਤੋੜਦੇ 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 ਹੁਣ ਤੋੜਦੇ ਸੋਚਿਆ ਕਿੱਥੇ ਦੱਸ ਦੇ ਤੁਸੀਂ। ਸਵਾਲ ਤੇ ਕਈ ਪੈਦਾ ਹੁੰਦੇ ਨੇ। ਇਸ ਕਰਕੇ ਸਰਸਾ ਸਾਹਿਬ ਦੀ ਇੱਕ ਹੋਰ ਤੁਹਾਨੂੰ ਦੱਸਾਂਗਾ, ਜਿੱਥੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ ਨਵੇਂ ਪਾਤਸ਼ਾਹ ਨੂੰ, ਉੱਥੇ ਚੌਕ ਦੇ ਵਿੱਚ ਪਹਿਲਾਂ ਵੀ ਇੱਕ ਮੇਰੇ ਖਿਆਲ ਪੇ ਦਾ ਲੱਗਾ ਸੀ, ਛੇ ਲੱਗੀ ਸੀ, ਮੈਨੂੰ ਨਹੀਂ ਪਤਾ ਕੀ। ਕੇਜਰੀਵਾਲ ਨੇ ਕੀ ਕੀਤਾ? ਕੇਜਰੀਵਾਲ ਨੇ ਕਿਹਾ ਵੀ ਉਹਦੇ 4 ਥੰਮ ਉੱਤੇ ਬਣਾ ਕੇ ਉੱਤੇ ਛੱਤ ਪਾ ਕੇ ਉੱਤੇ ਖੰਡਾ ਲਾਇਆ ਜਾਏਗਾ ਵੀ ਇਹ ਸਿੱਖਾਂ ਦਾ ਪ੍ਰਤੀਕ ਹੈ ਜੀ, ਸਿੱਖਾਂ ਦੀ ਆਜ਼ਾਦੀ ਦਾ ਪ੍ਰਤੀਕ, ਉਹਦੀ ਨਿਸ਼ਾਨੀ ਦਾ ਪ੍ਰਤੀਕ। ਇੰਨਾ ਵਿਰੋਧ ਕੀਤਾ, ਉਹ ਵੀ ਨਹੀਂ ਲੱਗਣੀ। ਖੰਡਾ ਕਿੱਥੇ ਨਹੀਂ ਲੱਗਾ? ਅਨੰਦਪੁਰ ਸਾਹਿਬ ਨਹੀਂ ਲੱਗਾ, ਕਿੰਨੀ ਜਗ੍ਹਾ ਖੰਡਾ ਲੱਗਾ ਉੱਥੇ ਜਾ ਕੇ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਵਿਰੋਧ ਬਣਾਉਣ ਲੱਗਿਆ ਤੇ ਵਿਰੋਧ ਕਰਨ ਲੱਗਿਆ। ਇਹਦੇ ਵਿੱਚ ਬੁੱਧੀਜੀਵੀਆਂ ਦੀ ਰਾਏ ਜ਼ਰੂਰ ਲਈ ਜਾਣੀ ਚਾਹੀਦੀ ਹੈ ਵੀ ਇੱਥੇ ਕੀ ਹੋਣਾ ਚਾਹੀਦਾ, ਇੱਥੇ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ। ਜੇ ਪੱਟੀ ਸਾਹਿਬ, ਸੌਰੀ ਟੂ ਇੰਟਰਪਟ, ਜੇ ਬੁੱਧੀਜੀਵੀਆਂ ਦੀ ਗੱਲ ਕਰਨੀ ਤੇ ਫਿਰ ਜਿਹੜੇ ਦੋ ਪਹਿਲਾਂ ਤੋਂ ਹੀ ਬੁੱਧੀਜੀਵੀ ਕਿਤੇ ਤੁਸੀਂ ਆਪਣੇ ਆਪ ਨੂੰ ਬੜੇ ਸਿੱਖ ਕਹਾਉਂਦੇ ਨੇ, ਉਹ ਫੇਰ ਮੋਰਲੀ ਕਤਾਰ 'ਚ ਬੈਠੇ ਹੋਣੇ ਬੁੱਧੀਜੀਵੀ। ਇਹੋ ਜਿਹੇ ਬੁੱਧੀਜੀਵੀ ਦਿੱਲੀ ਦੇ ਵਿੱਚ ਵੀ ਬੜੇ ਬੈਠੇ ਹੋਣਗੇ ਹੋਰ, ਬਿਲਕੁਲ ਜਿਹੜੇ ਤਲਵੇ ਚੱਟਣ ਵਾਲੇ ਤੇ ਤਲਵੇ ਚੱਟ ਕੇ ਤੇ ਆਪਣੀਆਂ ਮਤਲਬ ਤਜੋਰੀਆਂ ਭਰ ਕੇ ਤੇ ਪੁੱਠੇ ਸਿੱਧੇ ਕੰਮ ਪਾਪ ਦੀ ਨਦੀ ਦੇ ਵਿੱਚ ਨਹਾਉਣ ਵਾਲੇ, ਉਹ ਉੱਥੇ ਜੋ ਮਰਜ਼ੀ ਕਰਵਾ ਲਓ, ਉਹ ਤਲਵੇ ਚੱਟਣ ਵਾਲੇ ਬੈਠੇ ਹੋਣ। ਉਹ ਫੇਰ ਬੁੱਧੀਜੀਵੀਆਂ ਦੀ ਕਤਾਰ 'ਚ ਮੋਰਲੀ ਲਾਈਨ 'ਚ ਬੈਠੇ ਹੋਣਗੇ। ਬਿਲਕੁਲ ਕਿੱਥੋਂ ਲੱਭੋਗੇ ਬੁੱਧੀਜੀਵੀ? ਕਿੱਥੋਂ ਲੱਭੋਗੇ ਬੁੱਧੀਜੀਵੀ? ਸਮਝਦੇ ਉਹ ਨਹੀਂ ਬੋਲੇ ਉੱਥੇ। ਤੁਸੀਂ ਪਿੱਛੇ ਚੱਲ ਜਾਓ, ਜਦੋਂ ਦਿੱਲੀ ਫਤਿਹ ਕੀਤੀ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ ਨੇ, ਸਰਦਾਰ ਜੱਸਾ ਸਿੰਘ ਰਾਮਗੜੀਏ, ਉਹ ਵਾਪਸ ਦਰਬਾਰ ਸਾਹਿਬ ਕਿਉਂ ਆਉਂਦੇ ਸੀ? ਦਸਰੀ ਅੰਮ੍ਰਿਤਸਰ ਵਾਲੇ ਪਾਸੇ ਨੂੰ ਕਿਉਂ ਆ ਜਾਂਦੇ ਸੀ? ਕਿ ਉਹ ਉੱਥੇ ਉਹ ਸਿਰਫ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ, ਦਰਬਾਰ ਸਾਹਿਬ ਉਹਨਾਂ ਦਾ ਇਸ਼ਟ ਸੀ, ਮੱਕਾ ਸੀ, ਉੱਥੇ ਨਹੀਂ ਸੀ ਬਣਾ ਸਕਦੇ? ਉਦੋਂ ਉਹਨਾਂ ਦੀ ਵਾਹ ਵੱਲ ਕੌਣ ਵੇਖਦਾ ਸੀ? ਕਿੰਨੇ ਗੁਰਦੁਆਰਾ ਸਾਹਿਬ ਉੱਥੇ ਬਣਾਏ ਉਹਨਾਂ ਨੇ। ਜੀ ਬਣਾ ਉੱਥੇ ਨਹੀਂ ਸੀ ਬਣਾ ਸਕਦੇ ਉਹ। ਨਾ ਅਕਲ ਦੇ ਅੰਨਿਆਂ ਨੂੰ ਪਤਾ ਕੋਈ ਨਹੀਂ ਹੈ, ਮਾਇਆਧਾਰੀ ਸੱਪ ਬੈਠੇ ਉੱਥੇ। ਇਤਿਹਾਸ ਦੀ ਹਿਸਟਰੀ ਪੜ੍ਹ ਕੇ ਵੇਖੋ, ਜੇ ਉੱਥੇ ਗੁਰਦੁਆਰਾ ਸਾਹਿਬ ਉਸ ਵਕਤ ਬਣਾ ਸਕਦੇ ਨੇ ਉਹ, ਤੇ ਕੀ ਉਹ ਇਸ ਤਰ੍ਹਾਂ ਦੇ ਉੱਥੇ ਨਹੀਂ ਬਣਾ ਸਕਦੇ ਸੀ ਸ੍ਰੀ ਦਰਬਾਰ ਸਾਹਿਬ? ਕੌਣ ਰੋਕਦਾ ਉਹਨਾਂ ਨੂੰ? ਜਦੋਂ ਵੀ ਖੁੱਲੀ ਜਗ੍ਹਾ ਤੇ ਬਣਾ ਸਕਦੇ ਸੀਗੇ ਉਹ। ਬਣਾਉਣਾ ਨੇ ਬਣਾਤਾ ਜੀ। ਸੰਗਰੂਰ ਵਾਲੇ ਪਾਸੇ ਬਣਦਾ ਪਿਆ, ਰੁਕਿਆ ਪਿਆ ਨਾ, ਉਹ ਰਾਜਨੀਤਿਕ ਇੱਕ ਪਿੜ ਵਾ। ਪਤਾ ਕੀ ਆ ਪੱਟੀ ਸਾਹਿਬ, ਮੈਨੂੰ ਨਾ ਕਹਿੰਦੇ ਜੀ ਲੀਡਰਾਂ ਨਾਲ ਇੰਟਰਵਿਊ ਘੱਟ ਕਰਦੀਆਂ। ਮੈਂ ਕਿਹਾ ਮੈਂ ਇਹਨਾਂ ਨੂੰ ਹੁਣ ਕੀ ਕਵਾਂ, ਮੇਰੇ ਮੂੰਹ ਚੋਂ ਤੇ ਇਹਨਾਂ ਵਾਸਤੇ ਉਹੋ ਜਿਹੇ ਲਫ਼ਜ਼ ਨਿਕਲ ਜਾਣੇ ਨੇ ਵੀ ਇਹਨਾਂ ਨੇ ਤੇ ਕੌਮ ਨੂੰ ਬੇੜਾ ਗਰਕ ਕਰਕੇ ਰੱਖ ਦਿੱਤਾ ਵਾ। ਹਾਂਜੀ, ਚਲੋ ਸਾਰੇ ਨਹੀਂ, ਕੁਝ ਏਡੇ ਖੱਸੀ ਕਿਸਮ ਦੇ ਲੋਕ ਬੰਦੇ ਵਿੱਚ ਪੈਦਾ ਹੋ ਗਏ ਨੇ ਵੀ ਉਹ ਸਮਝਦੇ ਕਿ ਸਾਰੇ ਦੂਜੇ ਵੀ ਇਦਾਂ ਦੇ ਹੀ ਨੇ। ਕੁਝ ਦੀ ਮੈਂ ਲਫ਼ਜ਼ ਵਰਤ ਰਿਹਾ, ਜਿਹੜੇ ਕੁਝ ਨੇ ਜਿਹੜੇ ਆਪਣੇ ਆਪ ਨੂੰ ਚੰਗੇ ਸਮਝਦੇ ਨੇ, ਜਿਹੜੇ ਬੁੱਧੀਜੀਵੀ ਨੇ, ਉਹ ਮਾਫ ਕਰਨ। ਇਹ ਕੌਮ ਨੂੰ ਘਸਿਆਰਾ ਬਣਾਉਂਦੇ ਤੁਰੇ ਹੋਏ ਨੇ। ਹਿਸਟਰੀ ਦਾ ਇਹਨਾਂ ਨੂੰ ਪਤਾ ਕੋਈ ਨਹੀਂ, ਪੰਜਾਬੀ ਦਾ ਇਹਨਾਂ ਨੂੰ ਊੜਾ ਪੁੱਛ ਲਓ, ਇਹਨਾਂ ਨੂੰ ਪਤਾ ਕੋਈ ਨਹੀਂ। ਬੁੱਧੀਜੀਵੀਆਂ ਦੀ ਕਤਾਰ ਦੇ ਵਿੱਚ ਸਿੱਖ ਕੌਮ ਦੇ ਸਭ ਤੋਂ ਪਹਿਲਾਂ ਇਹ ਬਣੇ ਹੋਣਗੇ। ਬਿਲਕੁਲ ਠੀਕ ਹੈ ਜੀ। ਜਿਹੜੀ ਗੱਲ ਚਾਵਲਾ ਸਾਹਿਬ ਤੁਸੀਂ ਬਣ ਕੇ ਤਿਆਰ ਹੋ ਗਿਆ, ਉਦੋਂ ਤੱਕ ਜੇ ਬਣ ਕੇ ਤਿਆਰ ਹੋ ਗਿਆ, ਇਹ ਗੁਰੂ ਘਰ ਦਾ ਕੜਾਹ ਖਾਣੇ। ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੇ ਸੇਵਾਦਾਰ, ਕਿੰਨੇ ਉੱਥੇ ਕਥਾਵਾਚਕ, ਕਿੰਨੇ ਉੱਥੇ ਹਜੂਰੀਏ ਤੇ ਕਿੰਨੇ ਉੱਥੇ ਪ੍ਰਧਾਨ ਸਾਬਕਾ ਦੂਜੇ ਤੀਜੇ, ਇਹਨਾਂ ਦੀਆਂ ਅੱਖਾਂ ਅੰਨੀਆਂ ਹੋ ਗਈਆਂ ਸੀ, ਗੋਪੇ ਲੱਗੇ ਸੀ, ਦਿਖਾਈ ਨਹੀਂ ਦਿੱਤਾ ਇਹਨਾਂ ਨੂੰ। ਜਦੋਂ ਕੌਮ ਦੇ ਵਿੱਚ ਫਿਆਣਖੀ ਬੰਦਿਆਂ ਨੇ ਗੱਲ ਕੀਤੀ ਤੇ ਫੇਰ ਹੁਣ ਇਹਨਾਂ ਨੂੰ ਪਤਾ ਵੀ ਘੇਰਾ ਪੈਣਾ, ਹੁਣ ਗੱਲ ਵਧਣੀ ਹੈ ਤੇ ਹੁਣ ਢਾਤਾ। ਫਿਰ ਹੁਣ ਪਤਾ ਵੀ ਹੁਣ ਜੁੱਤੀਆਂ ਪੈਣੀਆਂ ਕੌਮ ਦੀਆਂ ਤੇ ਹੁਣ ਢਾਤਾ ਆਇਆ। ਤੇ ਇਸ ਕਰਕੇ ਵੀ ਬੀਜੇਪੀ ਨੇ ਬਣਾਇਆ। ਇਹ ਜੇ ਬੀਜੇਪੀ ਦਾ ਨੌ ਮਾਸਾ ਰਿਸ਼ਵਤ ਨੇ ਪੁੱਛਣਾ ਸੀ, ਕਿਸੇ ਨੇ ਨਹੀਂ ਬੋਲਣਾ, ਕਿਸੇ ਚੂ ਨਹੀਂ ਸੀ ਕਰ ਰਹੀ। ਅੱਜ ਦੀ ਡੇਟ ਦੇ ਵਿੱਚ ਵੀ ਮਸਤੂਆਣਾ ਵੇਖੇ ਦਰਬਾਰ ਸਾਹਿਬ ਦੀ ਮਾਡਲ ਉੱਥੇ ਬਣਾਇਆ ਗਿਆ। ਹਾਲਾਂਕਿ ਕੁਝ ਅਮੈਂਡਮੈਂਟ ਹੋਈਆਂ ਨੇ ਥੋੜੀਆਂ ਬਹੁਤੀਆਂ, ਉਦੋਂ ਰੌਲਾ ਰੱਪਾ ਪਿਆ ਸੀ। ਅਕਾਲ ਤਖਤ ਤੋਂ ਬਕਾਇਦਾ ਹੁਕਮਨਾਮਾ ਜਾਰੀ ਹੋਇਆ ਵੀ ਇਹਦਾ ਅੱਧਾ ਸਰੋਵਰ ਪੂਰ ਦਿੱਤਾ ਜਾਵੇ। ਇਹਦੇ ਘੇਰੇ ਜਿਹੜੀ ਹਾਰਕੀ ਤੋਂ ਵੀ ਬਣਾਈ ਉਹ ਢਾਹ ਦਿੱਤੀ ਜਾਵੇ।
ਤੇ ਜਦੋਂ ਮੁੜ ਕੇ ਜਥੇਦਾਰਾਂ ਨੂੰ ਪੁੱਛਿਆ ਵੀ ਕੀ ਕੀਤਾ ਜੀ, ਉਹ ਛੱਜਾ ਢਾਤਾ ਜੀ ਉੱਥੇ ਦਾ। ਦੱਸੋ। ਇੱਕ ਛੱਜਾ ਢਾਤਾ ਜੀ, ਉੱਥੇ ਕੋਈ ਗੱਲ ਨਹੀਂ, ਗੱਲ ਮੁੱਕੀ ਹੈ। ਕਿਉਂ ਮੁੱਕੀ ਆ ਵੀ ਉਹ ਆਪਣਿਆਂ ਨੇ ਬਣਾਇਆ ਸੀ, ਉਹਨਾਂ ਜਿਹੜੇ ਹੈਗੇ ਆ ਰੈਬਰ ਉਹਨਾਂ ਬਣਾਇਆ ਸੀ। ਨਹੀਂ ਕੋਈ ਨਹੀਂ, ਉਹਦਾ ਵੀ ਪੈ ਜਾਣਾ ਹੁਣ ਕਰਾਰਾ, ਤੁਸੀਂ ਦੇਖਿਓ। ਕਿਉਂਕਿ ਉਹ ਜਿਨ੍ਹਾਂ ਦੀ ਸ਼ਹਿ ਤੇ ਬਣਿਆ ਨੇ, ਉਹਨਾਂ ਨੇ ਦਲ ਵੱਖਰਾ ਬਣਾਇਆ। ਅਜੇ ਆਓ ਤੁਸੀਂ, ਜਹੇਦਾਰ ਦਾ ਬਿਆਨ ਆਇਆ, ਲਓ ਫੇਰ ਬਿੱਲੀ ਥੈਲੇ ਚੋਂ ਬਾਹਰ ਚੱਲੋ ਤੁਸੀਂ ਅੱਗੇ। ਖੈਰ ਇਹਨਾਂ ਦੇ ਉਹ ਕਹਿੰਦੇ ਨੇ ਕਿ ਘਰ ਦੇ ਜੰਮਿਆਂ ਦੇ ਦੰਦ ਗਿਣੇ ਹੁੰਦੇ। ਜਹੇਦਾਰ ਸਾਹਿਬ ਦੀ ਉਮਰ ਤੇ ਚਲੋ ਸਾਡੇ ਨਾਲ ਛੋਟੀ ਹੋਣੀ ਆ, ਅਸੀਂ ਮੋਨੇ ਕੋਨੇ ਆ। ਉਹ ਜਹੇਦਾਰ ਸਾਹਿਬ ਦੀ ਉਮਰ ਏਡੀ ਵੱਡੀ ਨਹੀਂ ਗੀ, ਗਿਆਨ ਦੀ ਗੁਥਲੀ ਉਹਨਾਂ ਕੋਲ ਜ਼ਿਆਦਾ ਹੋ ਸਕਦੀ ਹੈ, ਪਰ ਇਨਫੋਰਮੇਸ਼ਨ ਦੇ ਤੌਰ ਤੇ ਆਪਾਂ ਜੋ ਲੈ ਕੇ ਬੈਠੇ, ਜੇ ਤੁਸੀਂ ਲੈ ਕੇ ਬੈਠੇ ਹੋ ਜਾਂ ਹੋਰ ਇੱਧਰ ਉੱਧਰ ਲੈ ਕੇ ਬੈਠੇ, ਜਾਂ ਦਰਸ਼ਕ ਲੈ ਕੇ ਬੈਠੇ, ਸਰੋਤੇ ਲੈ ਕੇ ਬੈਠੇ ਹੋ, ਕਿਤੇ ਜ਼ਿਆਦਾ ਹੈ। ਅਜੇ ਤੁਸੀਂ ਦੇਖਿਓ, ਇਹ ਸਿਰਫ ਇੱਕ ਇਹਨਾਂ ਦੇ ਕੋਲ ਇੱਕ ਰਾਜਨੀਤਿਕ ਪੁਆਇੰਟ ਆ, ਉਹ ਵੀ ਕਿਤੇ ਨਾ ਕਿਤੇ ਉੱਠੂਗਾ। ਅੱਜ ਸਾਡੀਆਂ ਸੋ ਕਾਲਡ ਜਥੇਬੰਦੀਆਂ, ਚਾਹੇ ਟਕਸਾਲੀ ਲੈ ਲਓ, ਦਾਦੂਵਾਲ ਲੈ ਲਓ, ਚਾਹੇ ਤੁਸੀਂ ਉਹ ਪੰਥਕ ਜਿਹੜੀਆਂ ਨੇ ਸੁਧਾਰ ਕਮੇਟੀ ਵਾਲੀਆਂ ਲੈ ਲਓ, ਜਾਂ ਤੁਸੀਂ ਇੱਧਰ ਅਜਨਾਲੇ ਵਾਲਾ ਲੈ ਲਓ, ਸਭ ਦੇ ਮੂੰਹ ਤੇ ਘੁੰਗਣੀਆਂ ਪਈਆਂ ਰਹੀਆਂ ਨੇ ਕਿ ਇਹਨਾਂ ਨੂੰ ਪਤਾ ਲੱਗਦਾ ਸੀ। ਇਹਨਾਂ ਦੇ ਕੋਈ ਬੰਦੇ ਦਿੱਲੀ ਨਹੀਂ ਸੀ ਗਏ ਵੀ ਉੱਥੇ ਕੀ ਹੋ ਰਿਹਾ। ਗਿਆ ਸੀ ਨਾ ਬੀਕਾਨੇਰ, ਭਾਈ ਬਘੇਲ ਸਿੰਘ ਗਿਆ ਸੀ ਨਾ, ਉਹ ਦਰਬਾਰ ਸਾਹਿਬ ਦੀ ਬੇਅਦਬੀ ਲੈ ਕੇ। ਟਕਸਾਲੀਏ ਤੇ ਕਹਿੰਦੇ ਵੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ ਪ੍ਰਥਾ, ਤੇ ਇਹਨਾਂ ਨੂੰ ਕੋਈ ਦਿਖਾਈ ਨਹੀਂ ਦਿੱਤਾ ਵੀ ਬੇਅਦਬੀ ਨਹੀਂ ਕੀ ਦਰਬਾਰ ਸਾਹਿਬ ਦੀ। ਵੀ ਉੱਥੇ ਜਦੋਂ ਜਾਣਾ ਲੋਕਾਂ ਨੇ ਕੋਈ ਬੀੜੀ ਸੁੱਟੂਗਾ, ਕੋਈ ਉੱਥੇ ਕੋਈ ਗੰਦ ਪਾਊਗਾ, ਕੋਈ ਦੂਜਾ ਤੀਜਾ ਕਰੂਗਾ, ਕੀ ਇਹਨਾਂ ਨੇ ਖਿਆਲ ਰੱਖਿਆ। ਖੈਰ ਨਹੀਂ ਵੀ ਆਪਾਂ ਅੱਗੇ ਵੱਧਦੇ ਹਾਂ। ਫਿਰ ਗੱਲ ਇਹ ਆ ਕਿ ਗਾਂਹ ਵੱਧ ਜਾਂਦੇ, ਦਿਲੋਂ ਗੱਲ ਕਰਨੀ ਪੈਂਦੀ ਹੈ, ਤੇ ਫਿਰ ਹੁੰਦੀ ਵੀ ਦਿਲੋਂ ਹੀ ਹੈ। ਚਲੋ ਉਹ ਜਾਣਦਾ ਉੱਪਰ ਵਾਲਾ। ਰਵਨੀਤ ਬਿੱਟੂ ਨੇ ਮੰਗੀ ਐਸਸੀ ਕਮਿਸ਼ਨ ਕੋਲੋਂ ਮਾਫੀ। ਮਾਮਲਾ ਚਮਕੌਰ ਸਾਹਿਬ ਦੇ ਅਨੰਦਪੁਰ ਸਾਹਿਬ ਦੇ ਵਿਧਾਨ ਸਭਾ ਦੀਆਂ ਜਿਹੜੀਆਂ ਉਹ ਸੀਟਾਂ ਬਾਰੇ ਸੀ, ਮਾਮਲੇ ਦੇ ਵਿੱਚ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀ ਗੱਲ ਉਹਨੇ ਕੀਤੀ ਸੀ ਕਿ ਚਮਕੌਰ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਜਿਹੜੀ ਸਿੱਖ ਇਤਿਹਾਸ ਨਾਲ ਜੁੜੇ ਸਥਾਨ, ਇਹ ਦਲਿਤਾਂ ਨੂੰ ਦੇ ਕੇ ਬੜੀ ਵੱਡੀ ਗਲਤੀ ਕੀਤੀ ਹੈ ਅਕਾਲੀ ਦਲ ਨੇ। ਤੇ ਦੋਵਾਂ ਜਗ੍ਹਾ ਤੇ ਤੁਹਾਨੂੰ ਪਤਾ ਦਲਿਤਾਂ ਦਾ ਪਿਛੋਕੜ ਜੁੜਦਾ। ਲੇਕਿਨ ਜਿਹੜੀ ਗੱਲ ਉਹਨੇ ਕੀਤੀ ਆ, ਉਹ ਕਰ ਤੇ ਬੈਠਾ, ਤੇ ਮੁੜ ਕੇ ਅੱਜ ਦੀ ਡੇਟ ਦੇ ਵਿੱਚ ਮੇਰੇ ਖਿਆਲ ਪੰਜਾਬ ਦੇ 100 ਥਾਣਿਆਂ ਦੇ ਵਿੱਚ ਐਪਲੀਕੇਸ਼ਨ ਗਈ ਹੋਣੀ ਕਿ ਇਹਦੇ ਖਿਲਾਫ 295 ਇਹਦਾ ਮੁਕੱਦਮਾ ਦਰਜ ਕੀਤਾ। ਮੁਕੱਦਮਾ ਕਿਸੇ ਨੇ ਕੀ ਦਰਜ ਕਰਨਾ ਸੀ, ਐਪਲੀਕੇਸ਼ਨ ਲੈ ਕੇ ਰੱਖ ਲਈ ਜੀ, ਜਾਂਚ ਕਰ ਰਹੇ। ਪੰਜਾਬ ਦੇ SC ਕਮਿਸ਼ਨ ਨੇ ਤਲਬ ਕਰ ਲਿਆ ਵੀ ਆ ਕੇ ਜਵਾਬ ਦੇ। 21 ਜੀ ਨੂੰ ਤਲਬ ਕੀਤਾ ਤੇ ਜਾ ਕੇ ਉੱਥੇ ਖਲੋ ਗਿਆ ਬੀਬੀ ਤਜਿੰਦਰ ਕੌਰ ਧਾਰੀਵਾਲ ਦੇ ਸਾਹਮਣੇ। ਬੀਬੀ ਜੀ, ਗਲਤੀ ਹੋ ਗਈ ਹੈ, ਵੱਡੀ ਬਲੰਡਰ ਗਲਤੀ ਹੋ ਗਈ, ਮੈਂ ਮਾਫੀ ਚਾਹੁੰਦਾ। ਕਿਉਂ? ਕਮਿਸ਼ਨ ਆਪਣਾ ਸੀਗਾ, ਪੰਜਾਬ ਦਾ ਸੀਗਾ। ਜੇ ਸੈਂਟਰ ਦਾ ਹੁੰਦਾ ਤੇ ਫਿਰ ਅਗਲੇ ਬੰਦੇ ਕੱਢ ਦਿਓ। ਜਦੋਂ ਉਹਨੇ ਮਾਫੀ ਮੰਗ ਲਈ ਜਨਤਕ ਤੌਰ ਤੇ, ਵਿੱਚੋਂ ਗਲਤੀ ਹੋ ਗਈ ਆ, ਮੈਂ ਮਾਫੀ ਚਾਹੁੰਦਾ, ਉਹਨੇ ਕਿਹਾ, ਬੀਬੀ ਨੇ ਕਿਹਾ ਤੈਨੂੰ 2 ਦਿਨ ਦਾ ਸਮਾਂ ਹੋਰ ਦਿੱਤਾ ਜਾਂਦਾ, ਜੋ ਵੀ ਤੂੰ ਕਹਿਣਾ ਚਾਹੁੰਦਾ ਮਾਫੀ ਮੰਗਦਾ ਉਹ ਲਿਖਤੀ ਤੌਰ ਤੇ ਦੇ ਸਾਨੂੰ। ਅਸੀਂ ਤੈਨੂੰ ਲਿਖਤੀ ਤੌਰ ਤੇ ਸਮਨ ਕੀਤਾ ਸੀ, ਜ਼ਬਾਨੀ ਕਲਾਮੀ ਲਈ। ਹੁਣ ਦੂਜੇ ਪਾਸੇ ਜਿਹੜਾ ਨੈਸ਼ਨਲ SC ਕਮਿਸ਼ਨ, ਉਹਨੇ ਵੀ ਤਲਬ ਕੀਤਾ, ਮੈਂ ਕਿਹਾ 6 ਜੁਲਾਈ ਨੂੰ ਕਿ 7 ਜੁਲਾਈ ਨੂੰ ਕੀਤਾ। ਤੇ ਉੱਥੇ ਕਮਿਸ਼ਨ ਦੇ ਚੇਅਰਮੈਨ ਕੌਣ ਨੇ? ਪੰਜਾਬ ਦੇ ਆਗੂ, ਸਾਬਕਾ ਮੰਤਰੀ ਤੇ ਅੱਜ ਕੱਲ੍ਹ ਵਿਜੇ ਸਾਂਪਲਾ ਭਾਜਪਾ ਦੇ। ਵਿਜੇ ਸਾਂਪਲਾ ਜਿਹੜੇ ਉਹ ਉੱਥੇ ਬੈਠੇ ਨੇ, ਜਦੋਂ ਉੱਥੇ ਗਏ ਤੇ ਹੁਣ ਉਹਨਾਂ ਜਾ ਕੇ ਮਾਫੀ ਤਾਂ ਮੰਗ ਲੈਣਗੇ। ਉਹ ਹੁਣ ਮਾਫੀ ਦਿੰਦੇ ਆ ਕਿ ਸਜ਼ਾ ਦਿੰਦੇ ਆ, ਇਹ ਉਹਨਾਂ ਤੇ ਡਿਪੈਂਡ ਕਰਦਾ, ਕਿਉਂਕਿ ਉਹ ਦੂਸਰੀ ਸਰਕਾਰ ਆ। ਉੱਥੇ ਹੁਣ ਮਾਫੀ ਸ਼ਾਇਦ ਨਾ ਮਿਲੇ, ਉੱਥੇ ਸ਼ਾਇਦ ਕੋਈ ਨਾ ਕੋਈ ਸਜ਼ਾ ਲੱਗ ਜਾਵੇ ਜੀ। ਲੇਕਿਨ ਸਾਂਪਲੇ ਨੇ ਕੀ ਕੀਤਾ? ਸਾਂਪਲੇ ਨੇ ਪੰਜਾਬ ਜਥੇਦਾਰ ਅਕਾਲ ਤਖਤ ਨਾਲ ਬਕਾਇਦਾ ਤੌਰ ਤੇ ਮੁਲਾਕਾਤ ਕੀਤੀ। ਮੁਲਾਕਾਤ ਕਰਕੇ ਸੁਚੇਤ ਕੀਤਾ ਵੀ ਤੁਸੀਂ ਏਸੀ ਕਮਰਿਆਂ ਤੇ ਏਸੀ ਗੱਡੀਆਂ 'ਚ ਵੜ ਕੇ ਬੈਠੇ ਹੋ ਤੇ ਸਕੀਨਾਂ ਦੀ ਛਾਂ ਤੁਰੇ ਫਿਰਦੇ, ਤੁਹਾਨੂੰ ਨਹੀਂ ਦੇਖਦਾ ਬਾਹਰ ਕੀ ਹੋਣ ਡਿਆ। ਉਹਨੇ ਕਿਹਾ ਦੁਆਬੇ ਦੇ ਵਿੱਚ ਬਹੁਤ ਸਾਰੇ ਜਿਹੜੇ ਦਲਿਤ ਸਿੱਖ ਆ, ਉਹਨਾਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ। ਜੇ ਤੇ ਉਹ ਹਿੰਦੂ ਧਰਮ ਤਬਦੀਲ ਕਰਦੇ ਤੇ ਫਿਰ ਸਾਂਪਲਾ ਸਾਹਿਬ ਸ਼ਾਇਦ ਨਾ ਆਉਂਦੇ।
ਉਹ ਈਸਾਈ ਬਣਾਏ ਜਾ ਰਹੇ। ਉਹਨਾਂ ਕੇ ਸੁਚੇਤ ਕੀਤਾ ਜਥੇਦਾਰ ਅਕਾਲ ਤਖਤ ਨੂੰ, ਜਥੇਦਾਰ ਜੀ ਇਹ ਘੁਰਨਿਆਂ ਚੋਂ ਬਾਹਰ ਨਿਕਲੋ ਤੇ ਲੋਕਾਂ ਜਾ ਕੇ ਆਪਣਾ ਪ੍ਰਚਾਰ ਕਰੋ, ਲੋਕਾਂ ਦੀ ਗੱਲ ਸੁਣੋ, ਉਹਨਾਂ ਨੂੰ ਕੀ ਤਕਲੀਫ ਹੈ। ਸਰਹੱਦੀ ਖੇਤਰ ਦੇ ਵਿੱਚ ਬਹੁਤ ਸਾਰੇ ਜਿਹੜੇ ਦਲਿਤ ਸਿੱਖ ਨੇ ਉਹ ਕ੍ਰਿਸਚਨ ਬਣ ਗਏ। ਉਹਨਾਂ ਨੇ ਥਾਂ ਥਾਂ ਤੇ ਸਕੂਲ ਖੋਲ੍ਹਤੇ ਆ, ਨਾਲ ਡਿਸਪੈਂਸਰੀਆਂ ਖੋਲ੍ਹਤੀਆਂ, ਮਿੱਥੋਂ ਦਵਾਈ ਵੀ ਲਓ ਤੇ ਤੁਹਾਡੇ ਬੱਚੇ ਵੀ ਫਰੀ ਪੜ੍ਹਨੇ। ਉਹਨਾਂ ਦਾ ਤਰੀਕਾ ਹੀ ਵੱਖਰਾ ਜੀ। ਕ੍ਰਿਸਚਨ ਬਣ ਜਾਓ ਤੁਸੀਂ। ਤੇ ਸਾਡੇ ਇੱਥੇ ਉਧਰ ਆਪਾਂ ਹੀ ਗੱਲ ਕੀਤੀ ਸੀ ਨਾ ਜੀ, ਵੇਖੋ ਜੀ ਉਹ 16 ਕਰੋੜ ਰੁਪਈਆ ਘਪਲਾ ਹੋ ਗਿਆ ਜੀ, ਉਹਦੀ ਵੇਖੋ 16 ਰੁਪਏ ਖਾ ਗਏ ਜੀ ਰਾਮ ਮੰਦਿਰ ਦਾ। ਮੈਂ ਕਿਹਾ ਇੱਥੇ ਤੇ ਐਸੀ ਕਿਸੇ ਇਹਨਾਂ ਵਿੱਚ ਰੋਜ਼ ਹੋ ਜਾਂਦਾ ਵਾ, ਜੇ ਉਹਦੀ ਐਵਰੇਜ ਕੱਢ ਕੇ ਲਿਖ ਲਈ ਜਾਵੇ। ਕਿੰਨੀ ਪੱਟੀ ਸਾਹਿਬ ਕਿੰਨੀ ਤਰਾਸਦੀ ਵਾਲੀ ਗੱਲ ਕਰ ਰਹੇ ਆਪਾਂ। ਚਲੋ ਤੇ ਫਿਰ ਜੇ ਇਸੇ ਮਸਲੇ ਤੇ ਵੀ ਕਿਉਂ ਸਿੱਖ ਧਰਮ ਦੇ ਵਿੱਚ ਜਿਹੜੇ ਸਾਡੇ ਲੋਕ ਨੇ ਉਹ ਕ੍ਰਿਸਚਨ ਧਰਮ ਅਪਣਾ ਰਹੇ ਨੇ, ਤੇ ਇੱਕ ਫਿਰ ਬੁੱਧੀਜੀਵੀ ਵਰਗ ਦੀ ਕਮੇਟੀ ਬਣਾਈ ਜਾਊਗੀ। ਤੇ ਕਿਹੜੇ ਬੁੱਧੀਜੀਵੀ ਵਰਗ? ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਫਿਰ ਦਿੱਲੀ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਤਿਆਰ ਹੋ ਗਿਆ, ਇੱਕ ਅੱਧੇ ਉੱਥੋਂ ਲੈ ਜਾਣਗੇ, ਆਹ ਦਾਦੂਵਾਲ ਜੀ ਲੈ ਲੈਣਗੇ, ਇੱਕ ਅੱਧਾ ਦਮਦਮੀ ਟਕਸਾਲ ਤੋਂ ਆ ਗਿਆ, 2-4 ਉੱਥੋਂ ਆ ਗਏ, ਇੱਕ ਦਾ ਸ਼੍ਰੋਮਣੀ ਕਮੇਟੀ ਦਾ ਆ ਗਿਆ, ਇੱਕ ਮਿਸ਼ਨਰੀਆਂ ਦਾ ਆ ਜਾਊਗਾ, ਉਹਨਾਂ ਦੇ ਵੀ ਕਿਹੜੇ ਘੱਟ ਨੇ। ਸੋ ਹੋ ਗਿਆ ਫਿਰ ਘਾਟਾ ਪੂਰਾ। ਤੇ ਗੋਲਕ ਗੁਰੂ ਦੀ ਗਰੀਬ ਦਾ ਮੂੰਹ, ਜਿਹੜੇ ਕੰਮ ਵਾਸਤੇ ਇਹਨਾਂ ਨੇ ਅਦਾਰੇ ਖੋਲ੍ਹੇ ਨੇ, ਜਿਹੜੇ ਕੰਮ ਵਾਸਤੇ ਇਹਨਾਂ ਨੇ ਹਸਪੀਟਲ ਖੋਲ੍ਹੇ ਨੇ, ਜਿਹੜੇ ਕੰਮ ਵਾਸਤੇ ਸਭ ਤੋਂ ਮੁੱਢਲਾ ਗੁਰੂ ਗ੍ਰੰਥ ਸਾਹਿਬ ਜਿੱਥੇ ਸੁਸ਼ੋਭਿਤ ਹੈ ਉਹ ਸਾਰਿਆਂ ਵਾਸਤੇ ਸਾਂਝਾ ਹੈ, ਤੇ ਉੱਥੇ ਆ ਕੇ ਕੋਈ ਵੀ ਪੁਕਾਰ ਕਰ ਸਕਦਾ ਹੈ ਨਾ। ਠੀਕ ਹੈ ਨਾ। ਤੇ ਇਹਨਾਂ ਨੇ ਉਹਨਾਂ ਨੂੰ ਤੇ ਲਾਗੇ ਨਹੀਂ ਲੱਗਣ ਦੇਣਾ, ਉਹਨਾਂ ਵਾਸਤੇ ਤੇ ਇਹਨਾਂ ਕੋਈ ਪ੍ਰੋਗਰਾਮ ਹੀ ਹੋਈ ਨਹੀਂ, ਉਹਨਾਂ ਵਾਸਤੇ ਤੇ ਕੋਈ ਸਿੱਖੀ ਪ੍ਰਚਾਰ ਵਾਸਤੇ, ਉਹਨਾਂ ਵਾਸਤੇ ਤੇ ਇਹਨਾਂ ਦੇ ਕੋਲ ਕੋਈ ਮਤਲਬ ਧਰਮ ਪ੍ਰਚਾਰ ਕਮੇਟੀ ਦਾ ਖਰਚਾ ਤੇ ਹੋਊਗਾ। ਉਹ ਆਪਣੀ ਮਾਸੀ ਭੂਆ ਦੇ ਜਾ ਕੇ ਮੁੰਡਿਆਂ ਨੂੰ ਮਿਲ ਕੇ ਤੇ ਉੱਥੇ ਗੱਡੀ ਘੁਮਾ ਕੇ ਆ ਜਾਂਦੇ ਹੋਣਗੇ ਵੀ ਅੱਜ ਭੂਆ ਦੇ ਪਿੰਡ ਧਰਮ ਪ੍ਰਚਾਰ ਕਰਨ ਚੱਲੇ, ਅੱਜ ਮਾਸੀ ਦੇ ਪਿੰਡ ਧਰਮ ਪ੍ਰਚਾਰ ਕਰਨ ਚੱਲੇ, ਫਿਰ ਨਾਨਕੇ ਜਾ ਆਵਾਂਗੇ। ਤੇ ਫਿਰ 2-4 ਦੋਸਤ ਮਿੱਤਰ ਇੱਦਾਂ ਦੀਆਂ ਡਿਊਟੀਆਂ ਲੱਗੀ ਨੇ। ਕਦੇ ਧਰਮ ਪ੍ਰਚਾਰ ਕਮੇਟੀ ਵਾਲੇ ਪਿੰਡਾਂ ਦੇ ਵਿੱਚ, ਇਹ ਪਿੰਡ ਦੇ ਵਿੱਚ ਬਈ ਮੈਨੂੰ ਸੁਣਦੇ ਹੋ, ਦੇਖਦੇ ਹੋ ਟੈਲੀਵਿਜ਼ਨ ਤੇ, ਤੁਹਾਡੇ ਪਿੰਡ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਵਾਲੇ ਆਏ ਹੋਣ, ਜਾਂ ਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਅਨਾਉਂਸ ਕੀਤੀ ਹੋਵੇ ਵੀ ਧਰਮ ਪ੍ਰਚਾਰ ਕਮੇਟੀ ਵਾਲਾ ਆਏ ਨੇ ਤੇ ਆਪਾਂ ਧਰਮ ਦੀ ਗੱਲ ਕਰਨੀ, ਵੀ ਆਓ ਸੰਗਤੋਂ ਇਕੱਠੇ ਹੋਵੋ, ਕਿਤੇ ਸੁਣਿਆ ਹੋਵੇ ਤੁਸੀਂ? ਕਾਮਲਾ ਸਾਹਿਬ, ਜਿਹੜੇ ਇਹਨਾਂ ਦੇ ਹਸਪੀਟਲ ਆ ਉਹਦੇ ਵਿੱਚੋਂ ਇੱਕ ਢਿੱਡ ਪਿੜ ਦੇ ਸਿਰ ਪੀੜ ਦੀ ਗੋਲੀ ਫਰੀ ਨਹੀਂ ਮਿਲਦੀ ਜੀ। ਤੁਸੀਂ ਜਾਓ ਤੇ ਫਾਈਲ ਬਣਾਉਣ ਦਾ ਪਹਿਲਾਂ 500 ਰੁਪਏ ਲੈਂਦੇ ਜੀ, ਫਾਈਲ ਬਣਾਉਣੀ ਆ, ਤੁਹਾਡੀ ਪਰਚੀ ਕੱਟਣੀ ਆ, 100 ਰੁਪਇਆ ਜਮ੍ਹਾਂ ਕਰਾਓ। ਜਿਹਦਾ ਬਜਟ 1000 ਕਰੋੜ ਰੁਪਇਆ ਉਹ ਸੰਸਥਾਕਾਰੀ ਜਿਹੜੀ ਸਿੱਖਾਂ ਦੀ ਸੇਵਾ ਵਾਸਤੇ ਬਣੀ ਜੀ। ਲੇਕਿਨ ਇਹਦੇ ਮੁਕਾਬਲੇ ਬਹੁਤ ਛੋਟੇ ਲੈਵਲ ਤੇ ਭਾਈ ਗੋਰਖਪਾਲ ਸਿੰਘ ਦਾ ਹਸਪੀਟਲ ਚੱਲਦਾ, ਮਾਤਾ ਕੌਲਾਂ ਜੀ ਵਾਲਾ। ਹਾਂਜੀ, ਮਾਤਾ ਕੌਲਾਂ ਜੀ। 10 ਰੁਪਏ ਦੀ ਪਰਚੀ ਕਟਾਓ, ਉੱਥੇ ਆਪਣੀ ਬਿਮਾਰੀ ਲਿਖਾਓ, ਉਹ ਤੁਹਾਨੂੰ ਡਾਕਟਰ ਦੱਸ ਦੇਣਗੇ ਫਲਾਣੇ ਕਮਰੇ 'ਚ ਇਸ ਬਿਮਾਰੀ ਦਾ ਡਾਕਟਰ ਬੈਠਾ ਵਾ, ਜਾ ਕੇ ਚੈੱਕ ਕਰਾ ਲਓ 10 ਰੁਪਏ ਦੇ ਵਿੱਚ। 10 ਰੁਪਏ ਤੁਹਾਡਾ ਬਲੱਡ ਪ੍ਰੈਸ਼ਰ ਵੀ ਚੈੱਕ ਹੋ ਜਾਣਾ ਵਾ, ਤੁਸੀਂ ਵੀ ਚੈੱਕ ਹੋ ਜਾਣੇ ਆ, ਦਵਾਈ ਵੀ ਲਿਖ ਦੇਣੀ ਆ। ਇੱਕ ਮਿੰਟ ਮੈਂ ਪੂਰਾ ਕਰਨਾ ਮਾਰਾ ਜੀ। ਫਿਰ ਅੱਗੇ ਚੱਲ ਜਾਓ ਤੁਸੀਂ। ਜਦੋਂ ਤੁਸੀਂ ਦਵਾਈ ਲੈਣ ਗਏ ਕਾਊਂਟਰ ਦੇ ਉੱਤੋਂ, ਮੈਡੀਕਲ ਸਟੋਰ ਤੋਂ, ਉਹਨਾਂ ਬਕਾਇਦਾ ਤੌਰ ਤੇ ਲਿਖਣਾ ਵੀ ਦਵਾਈ ਦੀ ਕੀਮਤ ਆ 1000 ਰੁਪਏ, ਲੇਕਿਨ ਤੁਹਾਨੂੰ 30% ਛੋਟ, 300 ਰੁਪਇਆ ਛੋਟ ਦਿੱਤੀ ਜਾਂਦੀ ਹੈ, 700 ਰੁਪਇਆ ਤੁਸੀਂ ਦਿਓ। ਇਹਨਾਂ ਨੂੰ ਤੋਂ ਚੰਗਾ ਭਾਵੇਂ ਉਹ ਛੋਟੇ ਲੈਵਲ ਤੇ ਕਰ ਲਿਆ, ਇਹ ਲੋਕ ਜਾਂਦੇ ਨੇ ਉਹਨੂੰ ਦਬਕਾ ਮਾਰਦੇ, ਤੂੰ ਕੀਰਤਨ ਦੇ ਨਾਲ ਫਲਾਣੀ ਗਲਤੀ ਕੀਤੀ ਜੀ, ਮਾਰਾ 7 ਬੱਚੇ ਦੀ ਗਲਤੀ ਹੋ ਗਈ, ਰੱਖ ਇੱਥੇ ਇੰਨੇ ਪੈਸੇ। ਉਹ ਚੁੱਪ ਕਰਕੇ ਵਿਚਾਰਾ ਦੇ ਦਿੰਦਾ, ਉਹ ਕਹਿੰਦਾ ਜੀ ਮੈਂ ਪਹੁੰਚ ਜਾਣੀ, ਨਾ ਮੇਰੀ ਕੋਈ ਜਾਇਦਾਦ ਆ, ਇਹ ਸੰਗਤ ਦੇ ਪੈਸੇ, ਸੰਗਤ ਦੇ ਤਾਂ ਚੱਲਦੇ ਆ, ਸੰਗਤ ਦਾ ਕਰ ਰਹੇ ਆ। ਉੱਥੇ ਮੇਰੇ ਕੋਲ ਘੱਟੋ ਘੱਟ 250-300 ਵਿੱਚ 700 ਵਿਦਵਾਨ ਅੰਮ੍ਰਿਤਸਰ ਦੇ ਵਿੱਚ ਹੀ ਆਟਾ ਦਾਲ ਲੈਣ ਆਉਂਦੇ ਨੇ, ਹਰ ਮਹੀਨੇ ਆਟਾ ਦਾਲ ਸਭ ਫ੍ਰੀ, ਤੇਲ ਸਭ ਫ੍ਰੀ ਦਿੱਤਾ ਜਾਂਦਾ। ਮੈਨੂੰ ਪਤਾ ਜੀ, ਮੈਂ ਹੁਣ ਗੱਲ ਕਰਨ ਲੱਗਾ ਸੀਗਾ, ਤੁਹਾਨੂੰ ਪਤਾ ਜੀ, ਆਪਣੇ ਸੁਲਤਾਨ ਨੇ ਪਤਾ ਹੁੰਦਾ, ਮੈਂ ਆਹ ਗੱਲ ਕਰ ਰਿਹਾ, ਇਹੀ ਗੱਲ ਕਰਨ ਲੱਗਾ ਸੀਗਾ। ਇਹ ਮੈਂ ਬੜਾ ਉਹ ਚੰਗੀ ਤਰ੍ਹਾਂ ਜਾਣਦਾ ਜੀ ਇਸ ਚੀਜ਼ ਨੂੰ। ਦੂਜੀ ਗੱਲ, ਆਪੀ ਹਸਪੀਟਲ ਹੈ, ਇੱਥੇ ਚਲਾਉਂਦੇ ਨੇ ਸਾਡੇ ਸੱਜਣ ਕਰਤਾਰਪੁਰ, ਤੁਹਾਡਾ ਜਦੋਂ ਆਪਾਂ ਜਾਂਦੇ ਹਾਂ, ਜਿਹੜਾ ਮਸ਼ਹੂਰ ਆ ਫਰਨੀਚਰ ਵਾਸਤੇ, ਜਲੰਧਰ ਨੂੰ ਜਾਂਦੇ ਆ, ਉੱਥੇ 5 ਰੁਪਏ ਦੀ ਪਰਚੀ ਆ।
5 ਰੁਪਏ ਦੀ ਪਰਚੀ ਹੈ ਤੇ ਦਵਾਈ ਬਿਲਕੁਲ ਫ੍ਰੀ ਹੈ। ਆ ਜਿਹੜੀਆਂ ਤੁਸੀਂ ਚੀਜ਼ਾਂ ਦਸੀਆਂ ਨੇ ਸਾਰਾ ਕੁਝ ਬੰਦੇ ਨੇ ਆਪਣਾ ਘਰ ਦਾਨ ਦਿੱਤਾ ਹੋਇਆ। ਤੇ ਮੈਨੂੰ ਅੱਜ ਤੋਂ ਕਈ ਵਾਰੇ ਪਹਿਲਾਂ ਜਾਣ ਦਾ ਮੌਕਾ ਮਿਲਿਆ ਸੀ। ਉਹਨਾਂ ਦੇ ਭੈਣ ਜੀ ਇੱਥੇ ਆਉਂਦੇ ਹੁੰਦੇ ਆ, ਫੰਡ ਵੀ ਇਕੱਠਾ ਕਰਦੇ ਆ, ਸਾਰਾ ਕੁਝ ਉੱਥੇ ਜਾਂਦਾ ਹੈ। ਧਰਮੀ ਬੰਦੇ ਦੁਨੀਆ ਤੇ ਹਨ, ਆ ਧਰਮੀਆਂ ਦਾ ਰਾਜ ਹੈ। ਧਰਮੀ ਬੰਦੇ ਦੁਨੀਆ ਤੇ ਧਰਮ ਕਮਾ ਰਹੇ ਨੇ। ਤੇ ਸਾਡੇ ਉਹ ਵੀਰ ਜੀ ਉੱਥੇ ਸੇਵਾ ਕਰਦੇ ਨੇ, ਉਹਨਾਂ ਦੇ ਭੈਣ ਜੀ ਸੇਵਾ ਕਰਦੇ ਨੇ। ਜਾ ਕੇ ਵੇਖਿਓ ਕਰਤਾਰਪੁਰ ਦੇ ਵਿੱਚ ਆਪੀ ਚੈਰੀਟੇਬਲ, ਇੰਟਰਨੈਟ ਤੇ ਦੇਖ ਲਿਓ ਤੁਸੀਂ। ਦਿਲ ਕਰਦਾ ਫੰਡ ਦੇਣ ਵਾਸਤੇ, ਦਿਲ ਕਰਦਾ। ਅਸੀਂ ਕਦੇ ਇਹ ਨਹੀਂ ਕਹਿ ਸਕਦੇ ਕਿ ਗੋਲਕਾਂ 'ਚ ਪੈਸੇ ਨਾ ਪਾਓ, ਕਿਉਂਕਿ ਗੁਰੂ ਘਰ ਚੱਲਣੇ ਚਾਹੀਦੇ ਨੇ। ਗੁਰੂ ਘਰ ਚੱਲਣੇ ਕਿੱਦਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਪਰ ਉੱਥੇ ਜਾ ਕੇ ਤੁਸੀਂ ਜਦੋਂ ਇਹ ਦੇਖਦੇ ਆ ਕਿ ਅਸੀਂ ਦਰਬਾਰ ਸਾਹਿਬ ਆਏ ਆ, ਤੇ ਪਰ ਜਿੱਥੇ ਜਿੱਥੇ ਗੁਰੂ ਦੀ ਗੋਲਕ ਨੂੰ ਉੱਦਾਂ ਹੀ ਗੋਲਕ ਦੇ ਵਿੱਚ ਪੈਸੇ ਜਾਣ ਤੋਂ ਪਹਿਲਾਂ ਹੀ ਡੁਪਲੀਕੇਟ ਇਹਨਾਂ ਨੇ ਮਤਲਬ ਜਿਹੜਾ ਤੁਹਾਨੂੰ ਪਤਾ ਨਾ, ਜਦੋਂ ਜਿਹੜੀ ਅਖੰਡ ਆਪਣੇ ਉਹ ਜਿਹੜੀਆਂ ਆਪਣੇ ਦੇਗ ਵਾਸਤੇ ਪਰਚੀਆਂ, ਜਿਹੜਾ ਉਹ ਕਿੰਨਾ ਘਟਾਲਾ ਹੋਇਆ ਸੀ। ਬਿਲਕੁਲ ਦੇਗ ਦਾ ਘਟਾਲਾ ਆਇਆ। ਉੱਥੇ ਭਰਤੀ ਕੀਤੀ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦੇ ਆਪਣੇ ਕਾਇਦੇ ਦੇ ਵਿੱਚ ਹੀ ਪੂਰੇ ਨੇ। ਬੀਬੀਆਂ ਦੇ ਭਰਵੱਟੇ ਮੁੰਨੇ ਹੁੰਦੇ ਤੇ ਉੱਤੋਂ ਦੀ ਸ੍ਰੀ ਸਾਹਿਬ ਪਾਏ ਹੁੰਦੇ। ਉੱਥੇ ਬੋਲ ਕੇ ਵੇਖੋ, ਤੁਸੀਂ ਬੋਲ ਨਹੀਂ ਸਕਦੇ। ਕੀ ਪਤਾ ਉਹ ਜਾ ਕੇ ਤੇ ਲਾ ਕੇ ਜਿਹੜਾ ਸ੍ਰੀ ਸਾਹਿਬ ਤੇ ਮੁੜ ਕੇ ਦੂਜੇ ਪਾ ਕੇ ਜੀਨਸੀ ਤੇ ਆਪਣੇ ਪਟੇ ਵਾਹ ਕੇ ਤੁਰੀ ਫਿਰਦੀ ਹੋਵੇ। ਕਈਆਂ ਦੇ ਖੱਤ ਵੀ ਕੱਢੇ ਵੇਖੇ ਆ। ਇਹ ਕਾਲਾ ਮਾਲਾ ਕੀ ਸਾਰਾ ਇਹਨਾਂ ਦਾ। ਹੁਣ ਇਹਨਾਂ ਦਾ ਜਿੰਨੇ ਮਰਜ਼ੀ ਇਹਨਾਂ ਦੇ ਮਰਜ਼ੀ ਆਪਾਂ ਪਰਦੇ ਫੋਲ ਲਈਏ ਉਨੇ ਹੀ ਥੋੜੇ ਆ। ਪਰ ਵੇਖੋ ਕਿੱਥੇ ਮਤਲਬ ਗੁਰੂ ਘਰ ਦੀ ਇਹ ਗੋਲਕ ਹੋਣੀ ਚਾਹੀਦੀ ਸੀਗੀ ਬਿਲਕੁਲ ਫ੍ਰੀ ਗਰੀਬਾਂ ਵਾਸਤੇ। ਤੇ ਉਹ ਧਰਮ ਤਬਦੀਲ ਕਰ ਰਹੇ ਨੇ। ਕਿਉਂ ਕਰ ਰਹੇ ਨੇ? ਕਿਉਂਕਿ ਉਹਨਾਂ ਨੂੰ ਅਸੀਂ ਆਪਣਾ ਹਿੱਸਾ ਮੰਨਣ ਤੋਂ ਇਨਕਾਰੀ ਹਾਂ। ਮੈਂ ਕਾਲ ਲੈ ਲੈਣਾ ਇੱਕ। ਵੈਲਕਮ ਜੀ। ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਅਸੀਂ ਆਪਣਾ ਹਿੱਸਾ ਮੰਨਣ ਤੋਂ ਇਨਕਾਰੀ ਹਾਂ। ਮੈਂ ਕਾਲ ਲੈ ਲੈਣਾ ਇੱਕ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਚਾਵਲਾ ਸਾਹਿਬ, ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚਾਵਲਾ ਸਾਹਿਬ, ਜਿਵੇਂ ਤੁਸੀਂ ਪਹਿਲਾਂ ਸਵਾਲ ਡਿਸਕਸ ਕਰ ਲਓ ਨਾ, ਉਹਦੇ ਦੇਰ ਐਂਡ ਦੈਨ ਤੁਸੀਂ ਸਟਾਪ ਕਰ ਦਿਓ, ਕੋਈ ਗੱਲ ਨਹੀਂ। ਕਰੋ ਜੀ, ਕਰੋ। ਦੇਖੋ, ਅੱਜ ਬਾਦਲ ਸਾਹਿਬ ਦੀ ਪੁੱਛ ਪੜਤਾਲ ਹੋਈ ਤੇ ਹਾਈ ਕੋਰਟ ਵੱਲੋਂ ਮਤਲਬ ਬਣੀ ਸਿੱਟ, ਜਿਹੜੇ 3 ਮੈਂਬਰ ਸੀ, ਉਹ ਪੁੱਛਣ ਵਾਸਤੇ ਜਾਂਦੇ ਨੇ। ਇੱਕ ਸਰਜੀਤ ਸਿੰਘ ਜਾਂਦਾ ਹੀ ਨਹੀਂ, ਉਹਦੀ ਜਗ੍ਹਾ ਇੱਕ ਹੋਰ ਚਲਾ ਜਾਂਦਾ ਹੈ। ਇਹ ਜਿਵੇਂ ਕਿਤੇ ਨਾਨਕੇ ਵਿਆਹ ਚੱਲਿਆ ਹੁੰਦਾ ਫਸਾਉਣ ਗਿਆ ਸੀ ਸਿੰਗਲਾ। ਗੱਲ ਤੇ ਵੈਸੇ ਦੋਨਾਂ ਬੰਦਿਆਂ ਨਾਲ ਕਰ ਚੁੱਕੇ ਆ, ਮਿੰਟੂ ਜੀ ਨਾਲ ਵੀ ਤੇ ਕੀਦਾ ਸਾਹਿਬ ਨਾਲ। ਪਰ ਫਿਰ ਵੀ ਪੱਟੀ ਸਾਹਿਬ ਦੱਸੋ ਕਿ ਬਾਜ ਅੱਖ ਕਹਿੰਦੇ ਬਾਦਲ ਸਾਹਿਬ ਦੀ ਪਛਾਣ ਗਈ ਵੀ ਕਾਕਾ ਤੂੰ ਤਾਂ ਪਾ ਕਮੇਟੀ ਦਾ ਹਿੱਸਾ ਹੀ ਨਹੀਂ। ਹਾਂਜੀ, ਕੀ ਕਹਿਣਾ ਚਾਹੋਗੇ? ਉਹਨਾਂ ਨੇ ਆਇਡੈਂਟੀ ਕਾਰਡ ਪੁੱਛ ਲਏ ਜਦੋਂ ਪਹਿਲਾਂ ਸ਼ੱਕ ਪਿਆ ਉਹਦੇ। ਚਲੋ ਚਾਵਲਾ ਸਾਹਿਬ, ਪਹਿਲੀ ਗੱਲ ਮੈਂ ਤੁਹਾਨੂੰ ਇਹ ਕਹਿ ਦਿਆਂ ਕਿ ਹਾਈ ਕੋਰਟ ਨੇ ਸਿੱਟ ਨਹੀਂ ਬਣਾਈ ਜੀ। ਸਿੱਟ ਸਰਕਾਰ ਨੇ ਬਣਾਈ ਆ, ਹਾਈ ਕੋਰਟ ਦੇ ਨਿਰਦੇਸ਼ ਤੇ ਬਣਾਈ। ਉਹਨੇ ਨਹੀਂ ਕਿਹਾ ਕਿ ਅਫਸਰ ਪਾਓ। ਇੱਕ ਕਾਲ ਲੈ ਲਈਏ ਹੋਰ, ਫਿਰ ਆਪਾਂ ਇਹਦਾ ਜਵਾਬ ਦਿੰਦੇ ਆ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਦਿਲਬਾਗ ਬੇਟਾ ਜੀ। ਪੱਤੀ ਸਾਹਿਬ ਜੀ, ਬਹੁਤ ਸਤਿ ਸ਼੍ਰੀ ਅਕਾਲ ਇਹਨਾਂ ਦੀ। ਸਤਿ ਸ਼੍ਰੀ ਅਕਾਲ। ਤੇ ਇਹ ਜਿਹੜਾ ਤੁਸੀਂ ਕਹਿੰਦੇ ਆ, ਇੱਥੇ ਵੀ ਬਹੁਤ ਉਹਨਾਂ ਦੇ ਡਾਇਰੈਕਟਰ ਬਣੇ ਹੋਆ ਬਹੁਤ ਜ਼ਿਆਦਾ। ਤੇ ਮੈਂ ਵੀ ਇਹਨਾਂ ਨੂੰ ਪੈਸੇ ਦਿੱਤੇ ਤੇ ਸਾਡੇ ਦੂਰੋਂ ਨੇੜੇ ਰਿਸ਼ਤੇਦਾਰ ਵੀ ਹੈਗੇ ਆ। ਇਹ ਤਾਂ ਚਿਹਰਾ ਤੋਂ ਨਹੀਂ 25-26 ਸਾਲ ਤੋਂ ਕਰਦੇ ਹੈਗੇ ਆ। ਤੇ ਇੱਥੇ ਉਹਦਾ ਚਾਚਾ ਵੀ, ਕੁੜੀ ਦਾ ਭਰਾ ਵੀ, ਕਲਨ ਸਾਹਿਬ, ਵਿਜੇ ਕਲਨ ਸਾਹਿਬ। ਵਿਜੇ ਕਲਨ, ਸਾਰੇ ਇੱਥੇ ਜਾਣਦੇ ਉਹਨੂੰ। 26-27 ਨਹੀਂ, ਅਸੀਂ ਆਪ ਮੈਂ ਜਦੋਂ ਕਿਤੇ ਮੌਕਾ ਲੱਗੇ ਜੀ ਮੈਂ ਜਾਣਾ ਜੀ ਉੱਥੇ। ਆਪਣੇ ਕੋਲ ਜਿੰਨੀ ਔਕਾਤ ਹੋਵੇ ਉਹ ਕਰਕੇ ਆਈਦਾ ਕੁਝ ਨਾ ਕੁਝ। ਅਸੀਂ ਉੱਥੇ 2 ਵਾਰੀ ਕਰਤਾਰਪੁਰ ਮੈਂ ਜਾਂਦੀ, ਪਰ ਹੁਣ ਨਹੀਂ ਗਈ। ਬਹੁਤ ਸੋਹਣਾ ਘਰ ਵੀ ਦਾਨ ਕੀਤਾ ਹੋਇਆ ਉਹਨਾਂ ਨੇ। ਉੱਥੇ ਬਹੁਤ ਇੱਥੇ ਲੋਕੀ ਡਾਇਰੈਕਟਰ ਬਣੇ ਹੋ, ਕਿਤੇ ਕੋਈ 1000 ਦਿੰਦਾ, ਕੋਈ ਕੁਛ। ਉਹ ਜਦ ਬੀਬੀ ਆਉਂਦੀ ਉਹ ਵੀ ਇਕੱਠਾ ਕਰ ਕਾਫੀ ਲੱਗ ਜਾਂਦੇ। ਅਸੀਂ ਵੀ ਮੈਂ ਵੀ ਭੇਜਿਆ। ਪਰ ਉਹ ਪੈਸਾ ਲੱਗ ਰਿਹਾ ਨਾ ਉੱਥੇ, ਤੁਸੀਂ ਜਾ ਕੇ ਵੇਖੋ। ਨਹੀਂ, ਉਹ ਤਾਂ ਸਾਨੂੰ ਇੱਥੋਂ ਬੈਠਿਆਂ ਨੂੰ ਪਤਾ। ਮਿਹਰਬਾਨੀ, ਥੈਂਕ ਯੂ ਜੀ। ਆਪਣਾ ਦਿੱਤਾ। ਉਹ ਬੀਬੀ ਨੇ ਵਿਆਹ ਵੀ ਨਹੀਂ ਕਰਾਇਆ, ਉਹ ਆਪ ਸਾਲ ਸੰਭਾਲਦੀ। ਬੜਾ ਸੇਵਾ ਕਰਦੇ ਭੈਣ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਸਾਰੇ ਭੈਣ ਭਰਾ ਕਰਦੇ ਇੱਥੇ, ਸਾਰੇ ਇੱਥੇ ਵੀ ਉਹਨਾਂ ਦੇ ਜਿਹੜੇ ਡੋਨੇਸ਼ਨ ਦੇਣ ਵਾਲੇ ਵੀ ਦਿਲ ਖੋਲ ਕੇ ਹੁਣ ਵੀ ਜਾਣਦੀ ਕਿ ਇੱਥੇ ਸਿਸਟਰ ਉਹਦੀ, ਉਹ ਇੱਥੇ ਰਹਿੰਦੀ ਹੈ। ਮਿਹਰਬਾਨੀ। ਅਸਲੀ ਗੁਰੂ ਦੀ ਗੋਲਕ ਤੇ ਇਹ ਹੈ ਜੀ। ਅਸਲੀ ਡੋਨੇਸ਼ਨ ਤੁਹਾਡੀ ਇਹੋ ਜਿਹੇ ਕੰਮਾਂ ਤੇ ਜਿੱਥੇ ਲੱਗਦੀ ਹੈ। ਮੈਂ ਕਦੀ ਉਸ ਆਪੀ ਚੈਰੀਟੇਬਲ ਦਾ ਤੁਸੀਂ ਵੇਖਿਆ ਹੋਵੇ ਕਿ ਉੱਥੇ ਕੋਈ ਵੱਡੇ ਆਏ ਹੋਣ ਕਿਤੇ? ਮੈਂ ਤਾਂ 25-30 ਸਾਲ ਤੋਂ ਨਹੀਂ ਵੇਖਿਆ। ਮੈਨੂੰ 20 ਸਾਲ ਤੇ ਹੋ ਗਿਆ ਸ਼ਾਇਦ ਉਹਨਾਂ ਦਾ
ਜੁੜਿਆ ਹੋਇਆ ਵੇਖਿਆ ਹੋਇਆ ਹਿਸਾਬ ਕਿਤਾਬ। ਜਦੋਂ ਅਸੀਂ ਵਰਲਡ ਕਬੱਡੀ ਕੱਪ ਕਰਾਇਆ ਸੀ ਉਦੋਂ ਅਜੇ ਅੰਮ੍ਰਿਤਸਰ ਦੇ ਵਿੱਚ ਪੱਟੀ ਸਾਹਿਬ ਜਦੋਂ ਵਰਲਡ ਕਬੱਡੀ ਕੱਪ ਹੋਇਆ ਸੀਗਾ, ਉਹ ਆਪਣੇ ਰੰਗਲਾ ਪੰਜਾਬ ਦੀ ਇੱਕ ਟੀਮ ਸੀ ਇੱਥੋਂ ਗਈ ਸਾਡੀ, ਉਦੋਂ ਹੋਇਆ ਸੀ, ਸ਼ਾਇਦ ਤੁਹਾਨੂੰ ਯਾਦ ਹੋਊਗਾ, ਜਦੋਂ ਪਾਕਿਸਤਾਨ ਤੇ ਇੰਡੀਆ ਦਾ ਪਹਿਲੀ ਵਾਰੀ ਮੈਚ ਹੋਇਆ। ਹਾਂਜੀ, ਗਾਂਧੀ ਗਰਾਊਂਡ ਦੇ ਵਿੱਚ। ਤੁਹਾਡੇ ਉਦੋਂ ਸੰਧੂ ਸਾਹਿਬ ਹੁੰਦੇ ਸੀ ਕਮਿਸ਼ਨਰ ਤੇ ਸਿੱਧੂ ਸਾਹਿਬ ਹੁੰਦੇ ਸੀਗੇ DC। ਹਾਂਜੀ, ਯਾਦ ਹੋਊਗਾ ਸ਼ਾਇਦ ਤੁਹਾਨੂੰ। ਉਦੋਂ ਮੈਂ ਗਿਆ ਸੀ ਉੱਥੇ, ਉਦੋਂ ਬਾਅਦ ਕਈ ਦੋ ਵਾਰੀ ਜਾਣ ਦਾ ਮੌਕਾ ਮਿਲਿਆ, ਉਦੋਂ ਜੇ ਬਣਦਾ ਸੀ ਆਪਣੇ ਚੈਰੀਟੇਬਲ। ਹਾਂਜੀ, ਖੈਰ ਆਪਾਂ ਗੱਲ ਕਰ ਰਹੇ ਸੀਗੇ, ਤੁਸੀਂ ਜਿਹੜੀ ਸਿੱਟ ਦੀ ਗੱਲ ਕੀਤੀ ਜੀ, ਇਹਨਾਂ ਨੇ ਸਿੱਟ ਆਪਾਂ ਕਹਿ ਚੁੱਕੇ ਉਹਦੇ ਪਾਏ ਨੇ, ਉਹਦੇ ਤੇ ਵੀ ਇਤਰਾਜ਼ ਆ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕੁੰਵਰ ਵਿਜੇ ਪ੍ਰਤਾਪ ਦੇ ਜਿਹੜਾ ਰੈਂਕ ਆ ਇਹਨੂੰ ਉੱਪਰਲੇ ਰੈਂਕ ਦੀ ਕਮੇਟੀ ਬਣਾਈ ਜਾਂਦੀ ਤੇ ਇਹਨਾਂ ਰਾਤੋਂ ਰਾਤ LK ਯਾਦਵ ਨੂੰ ਪ੍ਰਮੋਟ ਕਰਕੇ ADP ਬਣਾ ਕੇ ਤੇ ਉਹਨੂੰ ਕਿਉਂ ਲਾਇਆ, ਇਹ ਵੀ ਇਤਰਾਜ਼ ਉਹਨਾਂ ਨੂੰ ਹੈਗਾ, ਉਹਨੂੰ ਕਿਉਂ ਲਾਇਆ। ਦੂਸਰੀ ਚੀਜ਼, ਸਰਜੀਤ ਸਿੰਘ ਜਾਂਦਾ ਸੀ, ਇਹਦੀ ਗੱਲ ਨਹੀਂ ਜਾਂਦਾ ਸੀ। ਸਰਜੀਤ ਸਿੰਘ ਕੱਲ ਕਿਸੇ ਵਜ੍ਹਾ ਕਰਕੇ ਨਹੀਂ ਜਾ ਸਕਿਆ ਕਿ ਉਹ ਸਾਡੇ ਇੱਥੇ ਅੰਮ੍ਰਿਤਸਰ DSP ਵੀ ਰਿਹਾ ਵਾ, SP ਵੀ ਰਿਹਾ ਵਾ, ਉਹਨੂੰ ਜਾਣਦਾ ਚੰਗੀ ਤਰ੍ਹਾਂ, ਉਹ ਬੰਦਾ ਬੜਾ ਸਾਊਜੇ ਕਿਸਮ ਦਾ ਬੰਦਾ। ਉਹ ਜਿਹੜਾ ਡਾਇਰੈਕਟਰ ਪ੍ਰੋਸੀਕਿਊਸ਼ਨ ਸੀਗਾ ਵਿਜੇ ਸਿੰਗਲਾ, ਜਿਹੜਾ ਵੈਸੇ ਰਿਟਾਇਰ ਹੋ ਚੁੱਕਿਆ, ਸਾਨੂੰ ਦੁਬਾਰਾ ਲਿਆ ਉਹਨਾਂ ਡਿਊਟੀ ਦੇ ਉੱਤੇ, ਉਹ ਨਾਲ ਲੈ ਕੇ ਚੱਲ ਤੂੰ ਸਾਡੇ ਨਾਲ ਚੱਲ। ਤੇ ਜਦੋਂ ਉਹਨੇ ਸਵਾਲ ਪੁੱਛਿਆ ਤੇ ਬਾਦਲ ਸਾਹਿਬ ਨੇ ਕਿਹਾ ਤੁਸੀਂ ਤੇ ਮਹਾਰਾਜ ਜੀ ਹਿੱਸਾ ਹੀ ਨਹੀਂ ਸਿੱਟਦੇ ਹੈਗੇ, ਤੁਸੀਂ ਸਵਾਲ ਕਿਉਂ ਕਰ ਰਹੇ। ਇੱਥੇ ਵੀ ਇਤਰਾਜ਼ ਬਾਹਰ ਬੈਠੇ ਲੀਡਰਾਂ ਨੇ ਕੀਤਾ ਕਿ ਇਹਨੂੰ ਕਿ ਭੇਜਿਆ ਗਿਆ। ਖੈਰ ਉਹ ਮੁੜ ਕੇ ਸਵਾਲ ਨਹੀਂ ਕੀਤਾ, ਉਹ ਬੈਠਾ ਰਿਹਾ ਤਦ ਕਰਕੇ ਸਵਾਲ ਜਿਹੜੀ 2 ਕਮੇਟੀ ਨੇ। ਅੱਜ ਤੱਕ ਬਹੁਤ ਸਾਰੀਆਂ ਰਿਪੋਰਟਾਂ ਕੋਰਟਾਂ ਦਾਖਲ ਹੋਈਆਂ ਜਿਹੜੀਆਂ ਸਿੱਟ ਦੇ ਇੱਕ ਮੈਂਬਰ ਦੇ ਸਾਈਨ ਤੇ ਦਾਖਲ ਹੋਈਆਂ, ਉਹਨਾਂ ਤੇ ਬਕਾਇਦਾ ਤੌਰ ਤੇ ਅਦਾਲਤਾਂ ਨੇ ਫੈਸਲੇ ਦਿੱਤੇ, ਰਿਕਾਰਡ ਸਭ ਕੁਛ ਹੈਗਾ। ਹੁਣ ਜੇ ਇਹ ਕਹਿੰਦੇ ਵੀ ਉਹ ਵੇਖੋ ਜੀ ਉਹ ਸਰਜੀਤ ਸਿੰਘ ਨਹੀਂ ਗਿਆ, 2 ਬੰਦੇ ਕਿਉਂਕਿ ਤੀਜਾ ਕੋਈ ਨਹੀਂ ਗਿਆ, ਉਹ ਇੱਕ ਪੋਲੀਟੀਕਲ ਸਟੇਟਮੈਂਟ ਉਹਨਾਂ ਦੀ ਹੈਗੀ ਆ। LK ਯਾਦਵ ਜਿਹੜੇ ਮੁਖੀ ਸੀ, RK ਜਿਹੜੇ ਵਿਸਗਰਵਾਲ ਸੀ IG, ਉਹ ਗਏ ਨੇ ਦੋਵੇਂ ਜਿਹੜੇ ਜਾ ਕੇ ਤੇ ਉਹਨਾਂ ਜਾ ਕੇ ਬਿਆਨ ਨੋਟ ਪਾਏ। ਇਹ ਠੀਕ ਆ, ਉਸ ਜਿਹੜਾ ਵਿਜੇ ਸਿੰਗਲਾ ਸੀ ਉਹਨੂੰ ਕਿਉਂ ਨਾਲ ਲੈ ਕੇ ਇਹ ਉਹ ਜਾਣਦੇ ਹੋਣਗੇ ਖੜ ਸਕਦੇ ਕਿ ਨਹੀਂ ਖੜ ਸਕਦੇ, ਇਹ ਵੀ ਜਦੋਂ ਕਾਨੂੰਨ ਦਾ ਹਿੱਸਾ ਵਾ। ਲੇਕਿਨ ਉਹਨਾਂ ਨੂੰ ਇਤਰਾਜ਼ ਜਾ ਕੇ ਕਰਨਾ ਚਾਹੀਦਾ ਸੀ ਕੋਰਟ ਦੇ ਵਿੱਚ। ਜੇ ਕੋਰਟ 'ਚ ਇਤਰਾਜ਼ ਕਰਦੇ ਤੇ ਇਹਨਾਂ ਦੀ ਸੁਣਵਾਈ ਉਸੇ ਤਰ੍ਹਾਂ ਹੁੰਦੀ ਜਿੱਦਾਂ ਕੁੰਵਰ ਵਿਜੇ ਪ੍ਰਤਾਪ ਦੀ ਹੋਈ ਸੀ। ਲੇਕਿਨ ਉਹਨਾਂ ਪਹਿਲਾਂ ਇਤਰਾਜ਼ ਕਰਤਾ ਚੁੱਪ ਕਰਕੇ ਗਿਆ ਕਿ ਠੀਕ ਨਹੀਂ, ਸਵਾਲ ਹੀ ਨਹੀਂ ਪਈ ਤੁਹਾਨੂੰ। 82 ਸਵਾਲ ਲੈ ਕੇ ਗਏ ਸੀ ਤੇ 40 ਸਵਾਲ ਦਿੱਤੇ ਸੀ ਜਾ ਕੇ ਉਹਨਾਂ ਬਾਦਲ ਸਾਹਿਬ ਨੂੰ, 40 ਨੇ ਜਵਾਬ ਦੇ ਦਿੱਤੇ। ਉਹਨੂੰ ਆਪਣੇ ਤਰੀਕੇ ਨਾਲ ਜਵਾਬ ਦਿੱਤੇ। ਤੁਹਾਨੂੰ ਬਾਦਲ ਸਾਹਿਬ ਕੋਲ ਜਵਾਬ ਤੇ ਘੜੇ ਘੜੇ ਹੁੰਦੇ ਹੀ ਹੈ ਵੀ ਅੱਜ ਵੀ ਇੰਝ ਕਰ ਲਓ ਜੀ, ਮੈਨੂੰ ਕੀ ਪਤਾ ਕਰਦੇ ਜੀ, ਤੁਹਾਨੂੰ ਪਹਿਲਾਂ ਫੋਨ ਕੀਤਾ ਕਹਿੰਦੇ ਮੈਨੂੰ ਨਹੀਂ ਪਤਾ ਜੀ, ਬੜੀ ਦੇਰ ਹੋ ਗਈ ਹੈ। ਤੁਸੀਂ ਕਿਹਨੂੰ ਫੋਨ ਕੀਤਾ ਕਹਿੰਦੇ ਮੈਨੂੰ ਨਹੀਂ ਪਤਾ ਜੀ, ਬੜੀ ਦੇਰ ਹੋ ਗਈ ਹੈ। ਪੱਟੀ ਸਾਹਿਬ, ਕੋਟਕਪੂਰਾ ਕਾਂਡ, ਸੈਣੀ ਤੇ ਸ਼ਰਮਾ ਉਮਰਾਨੰਗਲ ਅਦਾਲਤ ਵਿੱਚ ਪੇਸ਼ ਨਹੀਂ ਹੋਏ, ਇਹ ਤਾਂ ਟਾਈਮ ਵੇਸਟ ਆ। ਪਰ ਇੱਕ ਬਹੁਤ ਅਹਿਮ ਖਬਰ ਆਪਾਂ ਕਲੀਅਰ ਕਰ ਦਈਏ ਤੇ ਦਰਸ਼ਕਾਂ ਸਰੋਤਿਆਂ ਨੂੰ ਦੱਸ ਦਈਏ ਕਿ ਕਿਸਾਨਾਂ ਨਾਲ ਮੋਢਾ ਜੋੜ ਕੇ ਖੜੇ ਗੋਲਡਨ ਹੱਟ ਵਾਲੇ ਰਾਣਾ ਤੇ ਕੀਤਾ ਸਰਕਾਰ ਨੇ ਹਮਲਾ। ਰਾਣੇ ਨੇ ਕਿਹਾ ਕਿ ਉਸਦਾ ਹਰਿਆਣਾ ਸਰਕਾਰ ਨੇ ਲੱਕ ਤੋੜ ਦਿੱਤਾ। ਉਹ ਰੋ ਕੇ ਆਪਣੀ ਕਹਾਣੀ ਦੱਸ ਰਿਹਾ ਹੈ ਤੇ ਉਹਦੇ ਜਿਹੜੇ ਮਤਲਬ ਖਾਸ ਤੌਰ ਤੇ ਜਿਹੜਾ ਢਾਬਾ ਆ ਜਾਂ ਜਿਹੜਾ ਉਹਦਾ ਜੋ ਵੀ ਹੈਗਾ, ਹਾਂਜੀ, ਉਸ ਨੂੰ ਲੈ ਕੇ ਕਾਫੀ ਚਰਚਾ ਦੇਸ਼ਾਂ ਵਿਦੇਸ਼ਾਂ 'ਚ ਪਹਿਲਾਂ ਵੀ ਰਹੀ ਹੈ। ਗੋਲਡਨ ਹੱਟ ਵਾਲੇ ਕੀ ਕਹਿਣਾ ਚਾਹੋਗੇ? ਗੋਲਡਨ ਹੱਟ ਰੈਸਟੋਰੈਂਟ ਜਿਹੜਾ ਹਿੰਦੂ ਬਾਰਡਰ ਤੇ ਹੈ ਜੀ, ਇਹ ਰਾਣੇ ਨੇ ਉਸੇ ਦਿਨ ਤੋਂ ਬੰਦ ਕਰਕੇ ਕਿਸਾਨਾਂ ਨੂੰ ਨੈਤਾ ਪਾਈ, ਤੁਸੀਂ ਜਿੱਦਾਂ ਮਰਜ਼ੀ ਵਧੋ, ਤੁਹਾਨੂੰ ਇਹ ਦਿੱਤਾ। ਅੱਜ 6 ਮਹੀਨੇ ਹੋ ਗਿਆ ਵੀ ਉਹ ਕਿਸਾਨ ਵਰਤ ਰਿਹਾ, ਉਹਨੇ ਆਪਣਾ ਰੈਸਟੋਰੈਂਟ ਬੰਦ ਕਰਤਾ। ਉਹਨੂੰ ਮਹੀਨੇ ਦੀ ਜਿਹੜੀ 1.5-2-3 ਲੱਖ ਦੀ ਆਮਦਨ ਸੀ, ਉਹ ਘੱਟੋ ਘੱਟ ਆਮਦਨ। ਲੇਕਿਨ ਉਹਦਾ ਇੱਕ ਹੋਟਲ ਜਿਹੜਾ ਵਾ ਉਹ ਕੁਰੂਕਸ਼ੇਤਰ ਦੇ ਵਿੱਚ ਇੱਕ ਰਾਈਸ, ਉਹ ਕਹਿੰਦਾ ਕੁਰੂਕਸ਼ੇਤਰ ਦੇ ਹੋਟਲ ਦੇ ਉੱਤੇ ਸਾਨੂੰ ਡੇਲੀ 1.5-2 ਲੱਖ ਰੁਪਏ ਹੁੰਦਾ, ਜਿਹਦੇ ਕਰਕੇ ਸਾਡਾ ਸਾਰਾ ਦਾਰੋ-ਬਾਜ਼ਾਰ ਚੱਲਦਾ। ਉਹ ਜਦੋਂ ਦਾ ਕਿਸਾਨਾਂ ਦਾ ਮੋਰਚਾ ਗਾ, ਉਦੋਂ ਦਾ ਦੁੱਧ ਤੇ ਪਾਣੀ ਸਪਲਾਈ ਕਰ ਰਿਹਾ। ਕੈਂਪਰ ਵੀ ਆਪਣੇ ਕੋਲ ਦਿੱਤੇ ਉਹਨੇ। ਲੇਕਿਨ ਅਸੀਂ ਬੜੇ ਸਿਆਣੇ ਤੇ ਬੜੇ ਇਮਾਨਦਾਰ ਆ, ਬਹੁਤ ਸਾਰੇ ਵੀਰ ਕੈਂਪਰ ਘਰਾਂ ਚੁੱਕ ਕੇ ਲੈ ਗਏ ਨੇ, ਵਾਪਸ ਗਏ ਨੇ, ਵਾਪਸ ਕਰਕੇ ਗਏ ਹੀ ਨਹੀਂ।
ਹਾਏ ਹਾਏ ਹਾਏ। ਉਹਨੇ ਮੰਗੀ ਵੀ, ਉਹਨੇ ਕਿਹਾ ਵੀ, ਔਰ ਰਾਜੇਵਾਲ ਸਾਹਿਬ ਨੇ ਸਟੇਜ ਤੋਂ ਇਹ ਗੱਲ ਕਹੀ ਕਿ ਭਾਈ ਉਹ ਜੇ ਕੈਂਪਰ ਤੁਹਾਨੂੰ ਤੁਹਾਡੀ ਸਹੂਲਤ ਵਾਸਤੇ ਦਿੱਤੇ ਆ, ਜਦੋਂ ਤੁਸੀਂ ਵਾਪਸ ਜਾਂਦੇ ਉਹ ਰਾਣਾ ਸਾਹਿਬ ਨੂੰ ਵਾਪਸ ਕਰ ਜਾ ਕਰੋ, ਕਿਉਂ ਅਗਲਿਆਂ ਦੇ ਕਿਸੇ ਕੰਮ ਆ ਜਾਏ। ਲੇਕਿਨ ਉਹਨੇ ਸੀ ਫਿਰ ਨਹੀਂ ਕੀਤੀ, ਉਹਨੇ ਫਿਰ ਜਿਹਨੇ ਮੰਗਿਆ ਉਹਨੂੰ ਨਵਾਂ ਦੇ ਦਿੱਤਾ। ਤੂੰ ਲੈ ਜਾ ਦੀ ਕੋਈ ਗੱਲ ਨਹੀਂ। ਹੁਣ ਦੁੱਧ ਦੀ ਸਪਲਾਈ ਆਉਂਦੀ ਹੈ, ਇਹ ਗੱਲ ਰਾਜੇਵਾਲ ਸਾਹਿਬ ਨੇ ਸਟੇਜ ਤੋਂ ਕਹੀ ਸੀ। ਦੁੱਧ ਦੀ ਸਪਲਾਈ ਆਉਂਦੀ ਤੇ ਸਾਡੇ ਕਈ ਵੀਰ ਕਰਦੇ ਆ ਵੀ ਦੁੱਧ ਦਾ ਤੋਂ ਪੈਕਟ ਲੈਂਦੇ ਆ, ਜੱਗ 'ਚ ਪਾਉਂਦੇ ਆ, ਖੰਡ ਲੈ ਕੇ ਥੋੜੀ ਜਿਹੀ ਘੋਲ ਕੇ ਤੇ ਗੱਟ ਕਰਕੇ ਪੀ ਜਾਂਦੇ। ਏਦਾਂ ਨਾ ਕਰੋ, ਆਪਣੀ ਸਹੂਲਤ ਦਿੱਤੀ ਉਹਨਾਂ ਨੇ, ਸਹੂਲਤ ਨੂੰ ਜਿਹੜੀ ਦੁਰਵਰਤੋਂ ਨਾ ਕਰੋ ਤੁਸੀਂ। ਔਰ ਰਾਣੇ ਦੇ ਜਿਹੜਾ ਕੁਰੂਕਸ਼ੇਤਰ ਢਾਬਾ ਸੀਗਾ, ਹੋਟਲ ਸੀਗਾ, ਜਿਹੜਾ ਰਸਤਾ ਉਹਨੂੰ ਜਾਂਦਾ ਸੀ, ਉਹਦੇ ਰਸਤੇ ਦੇ ਅੱਗੇ ਲਿਆ ਕੇ ਇਹਨਾਂ ਨੇ ਜੇਸੀਬੀ ਮਸ਼ੀਨਾਂ ਲਿਆ ਕੇ ਤੇ ਵੱਡੇ ਵੱਡੇ ਪੱਥਰ ਰੱਖ ਦਿੱਤੇ ਕਿ ਅੰਦਰ ਜਾਵੇ ਕੋਈ, ਸਾਰਾ ਕਾਰੋਬਾਰ ਬੰਦ ਕਰ ਦਿੱਤਾ। ਉਹ ਕਹਿੰਦਾ ਉੱਥੋਂ ਪੈਸੇ ਆਉਂਦੇ ਸੀ ਤੇ ਮੈਂ ਕਿਸਾਨਾਂ ਦੀ ਵੀ ਸੇਵਾ ਕਰ, ਕਹਿੰਦਾ ਮੈਨੂੰ ਪ੍ਰਸ਼ਾਸਨ ਦੇ ਟੈਲੀਫੋਨ ਧਮਕੀਆਂ ਮੈਂ ਮੁੱਖ ਮੰਤਰੀ ਤੱਕ ਫੋਨ ਕੀਤੇ, ਕਹਿੰਦਾ ਜੀ ਮੈਂ ਗੁਨਾਹ ਕੀ ਕਰ ਰਿਹਾ, ਬਾਬੇ ਨਾਨਕ ਦਾ ਸੰਕਲਪ ਸੇਵਾ ਮੈਂ ਉਹ ਕਰ ਰਿਹਾ, ਸੇਵਾ ਕਰ ਰਿਹਾ, ਮੈਨੂੰ ਨਹੀਂ ਪਤਾ ਕਿਸਾਨ ਕੌਣ ਨੇ, ਤੁਹਾਡੇ ਵਿਰੋਧੀ ਹੋਣਗੇ, ਮੇਰੇ ਵਿਰੋਧੀ ਕੋਈ ਨਹੀਂ ਹੈਗੇ, ਮੈਂ ਸੇਵਾ ਕਰ ਰਿਹਾ। ਉਹਦੇ ਹੋਟਲ ਨੂੰ ਜਿਹੜਾ ਸੀ ਜਾਂਦਾ ਰਸਤਾ ਇਹਨਾਂ ਬੰਦ ਕਰਕੇ ਉਹਦਾ ਹੋਟਲ ਬੰਦ ਕਰ ਦਿੱਤਾ। ਇਹਦਾ ਛੋਟਾ ਜਿਹਾ ਹੋਟਲ ਇੱਕ ਰਾਈ ਚ ਮਾੜਾ ਮੋਟਾ ਚੱਲਦਾ। ਇਹਨੇ ਉਧਰ ਕਿਸਾਨਾਂ ਨੂੰ ਕਿਹਾ ਸੀ ਵੀ ਮੇਰੀ ਇੱਕ ਚੰਡੀਗੜ੍ਹ ਚ ਕੋਠੀ ਕੇ ਫਲੈਟ ਆ, ਉਹ 8 ਕਰੋੜ ਦਾ ਵਾ, ਤੇ ਜੇ ਲੋੜ ਪਈ ਤੇ ਉਹਨੂੰ ਮੈਂ 6 ਕਰੋੜ ਦਾ ਵੇਚ ਕੇ ਵੀ ਕਿਸਾਨਾਂ ਤੇ ਲਾ ਦੂੰਗਾ, ਤੇ ਸੇਵਾ ਬੰਦ ਨਹੀਂ ਹੋਣ ਦੇਵਾਂਗਾ। ਅੱਜ ਵੀ ਉਹਨੇ ਇੰਨੀ ਗੱਲ ਕਹੀ ਆ ਵੀ ਬੇਸ਼ੱਕ ਇਹਨਾਂ ਨੇ ਮੇਰਾ ਹੋਟਲ ਬੰਦ ਕਰਤਾ ਵਾ, ਮੇਰੇ ਰੁਜ਼ਗਾਰ ਤੇ ਲੱਤ ਮਾਰੀ ਆ, ਮੇਰੇ ਢਿੱਡ ਤੇ ਲੱਤ ਮਾਰੀ ਆ, ਲੇਕਿਨ ਜਿਹੜੀ ਕਿਸਾਨਾਂ ਦੀ ਸੇਵਾ ਵਾ ਉਹ ਮੇਰੀ ਜਾਰੀ ਰਹੂ। ਹੁਣ ਉਹਦੇ ਵਾਸਤੇ ਲੋਕ ਪੈ ਗਏ ਨੇ ਪਿੱਛੇ, ਸਰਕਾਰ ਨੂੰ ਦੇਣੀਆਂ ਪੈਣੀਆਂ, ਚੁੱਕਣਾ ਪੈਣਾ ਸਭ ਕੁਛ। ਲੇਕਿਨ ਇਹ ਸੀ ਲੋਕਾਂ ਤੱਕ ਗੱਲ ਜਾਵੇ ਤੇ ਲੋਕ ਕਦਰ ਕਰਦੇ, ਲੋਕ ਮੁੱਲ ਪਾਉਂਦੇ ਇਸ ਗੱਲ ਦਾ। ਅਸੀਂ ਵੀ ਆਪਣਾ ਫਰਜ਼ ਨਿਭਾਇਆ ਜੀ। ਮੈਂ ਇਹ ਵੈਸੇ ਵੀ ਸਵਾਲ ਰੈਡੀ ਮੇਰਾ ਸੀਗਾ ਤੇ ਮੈਂ ਕਰਨਾ ਸੀਗਾ, ਕੋਸ਼ਿਸ਼ ਰਹੀ, ਤੇ ਅਸੀਂ ਇਸ ਸੱਜਣ ਦੇ ਉੱਤੇ ਉਹਨਾਂ ਨੇ ਇੰਟਰਵਿਊ ਵੀ ਕਰਾਂਗੇ ਕਿਤੇ, ਭਈ ਤੇਰੀ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਇਹ, ਕਿਉਂਕਿ ਇਹ ਦਿੱਲੀ ਦਾ ਜਿਹੜਾ ਰੋਡ ਚੱਲਦਾ ਹੈ, ਵੱਡੇ ਵੱਡੇ ਜਿਹੜੇ ਨਾਮੀ ਢਾਬੇ ਤੇ ਲੋਕ ਰੋਕ ਕੇ ਖਾਣਾ ਖਾਂਦੇ ਨੇ, ਤੇ ਫਿਰ ਕਿਉਂ ਨਹੀਂ ਵੀ ਇਹ ਜਿਹੜਾ ਵਾਕਈ ਹੀ ਗੋਲਡਨ ਹੱਟ ਆ, ਤੇ ਗੋਲਡਨ ਹੱਟ ਵਾਲਾ ਜਿਹੜਾ ਗੋਲਡਨ ਦਿਲ ਦਾ ਮਾਲਕ ਹੈ, ਤੇ ਉਹਦੀ ਹੈ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਵਾਕਈ ਕਿਸਾਨਾਂ ਦੇ ਨਾਲ ਜੁੜੇ ਨੇ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਹੈਲਪ ਜ਼ਰੂਰ ਕਰ ਸਕਦੇ ਨੇ। ਹਾਂਜੀ, ਇਹ ਉਹਨਾਂ ਵਾਸਤੇ ਇੱਕ ਉਹ ਚੀਜ਼ ਵਾ ਕਿ ਇਸ ਬੰਦੇ ਨੇ ਜਾ ਕੇ ਹੈਲਪ ਕੀਤੀ, ਇਸ ਬੰਦੇ ਨੇ ਬਈ ਹੈਲਪ ਕੀਤੀ, ਤੇ ਗੱਡੀ ਜਾ ਕੇ ਤੁਸੀਂ ਕਹਿ ਕੇ ਡਰਾਈਵਰ ਤੁਹਾਡਾ ਗੱਡੀ ਰੋਕ ਕੇ ਕਿਤੇ ਹੋਰ ਨੂੰ, ਕਿਉਂਕਿ ਮੈਂ ਗੋਲਡਨ ਹੱਕ ਤੇ ਰੋਕਣੀ ਹੈ, ਆਪਾਂ ਰੋਟੀ ਛਕਣੀ ਤੇ ਗੋਲਡਨ ਹੱਟ ਤੋਂ ਜਾ ਕੇ ਛਕਣੀ। ਜੇ ਰੁਕਣਾ ਵੀ ਆ ਤੇ ਦੂਜੇ ਉਹਦੇ ਹੋਟਲ ਜਾ ਕੇ ਆਪੇ ਉਹਦੀ ਇਹ ਜਿਹੜੀ ਮਿਹਨਤ ਆ ਜੋ, ਜਾਂ ਉਹਨੂੰ ਜਿਹੜੀ ਮੁਸ਼ਕਲ ਆਈ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਜਿੱਥੋਂ ਤੱਕ ਸਾਡੀ ਆਵਾਜ਼ ਸੁਣ ਰਹੇ ਹੋ, ਦੇਖ ਰਹੇ ਹੋ, ਉਹਦੀ ਹੈਲਪ ਹੋਊਗੀ। ਕਿਉਂ ਨਹੀਂ ਹੋਊਗੀ? ਕਿਉਂ ਭੱਟੀ ਸਾਹਿਬ? ਬਿਲਕੁਲ ਹੋਗੀ, ਬਿਲਕੁਲ ਜੀ। ਚਲੋ ਮਿਲਦੇ ਆ ਫਿਰ ਕੱਲ ਨੂੰ। ਥੈਂਕ ਯੂ ਵੈਰੀ ਮਚ। ਸ਼ੁਕਰੀਆ। ਰੱਬ ਰੱਖਾ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।